ਸਤਿ ਸ੍ਰੀ ਅਕਾਲ ਜੀ। ਚੜ੍ਹਦੀ ਕਲਾ ਟਾਈਮ ਟੀਵੀ ਵੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਸਿੱਧੀ ਗੱਲ ਪ੍ਰੋਫੈਸਰ ਮਨਜੀਤ ਸਿੰਘ ਦੇ ਨਾਲ। ਪ੍ਰੋਫੈਸਰ ਸਾਹਿਬ ਸਾਡੇ ਨਾਲ ਜੁੜ ਚੁੱਕੇ ਨੇ। ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰ ਲੈਂਦੇ ਹਾਂ। ਪ੍ਰੋਫੈਸਰ ਸਾਹਿਬ ਜੀ, ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ ਆਪ ਜੀ ਦਾ। ਬਹੁਤ ਬਹੁਤ ਸ਼ੁਕਰੀਆ ਮਨਦੀਪ ਜੀ। ਜੀ ਪ੍ਰੋਫੈਸਰ ਸਾਹਿਬ, ਜੇ ਅਸੀਂ ਸ਼ੁਰੂਆਤ ਅਮਫਾਨ ਦੇ ਕਹਿਰ ਤੋਂ ਕਰੀਏ ਜੋ ਕਿ ਉਸਨੇ ਉੜੀਸਾ ਤੇ ਬੰਗਾਲ ਵਿੱਚ ਮਚਾਇਆ, ਉਸ ਦੇ ਨਾਲ ਹੁਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਜਿਵੇਂ ਕਿ ਅਸੀਂ ਕੱਲ੍ਹ ਵੀ ਜ਼ਿਕਰ ਕੀਤਾ ਸੀ ਕਿ ਦੌਰਾ ਕਰ ਸਕਦੇ ਨੇ, ਉਹਨਾਂ ਨੇ ਦੌਰਾ ਕੀਤਾ ਤੇ ਉੜੀਸਾ ਦੇ ਲਈ 500 ਕਰੋੜ ਅਤੇ ਬੰਗਾਲ ਦੇ ਲਈ ਜਿਹੜਾ ਹੈ 1000 ਕਰੋੜ ਦੀ ਫੌਰੀ ਰਾਹਤ ਦਾ ਐਲਾਨ ਵੀ ਕੀਤਾ। ਨਾਲ ਉਹਨਾਂ ਦੇ ਮਮਤਾ ਬੈਨਰਜੀ ਵੀ ਰਹੇ, ਭਾਵੇਂ ਕਿ ਮੂੰਹ ਦੋਨਾਂ ਦੇ ਸਾਈਡ ਤੇ ਸੀ, ਪਰ ਫਿਰ ਵੀ ਦੋਨਾਂ ਨੇ ਇਕੱਠਿਆਂ ਨੇ ਜਿਹੜਾ ਹੈ ਦੌਰਾ ਕੀਤਾ ਜੀ, ਜਾਇਜ਼ਾ ਲਿਆ। ਹਾਂ ਠੀਕ ਹੈ, ਉਹ ਤੇ ਘਰ 'ਚ ਵੀ ਇੰਜ ਕਈ ਵਾਰੀ ਚੱਲਦਾ ਹੀ ਆ। ਇਹਦਾ ਮਤਲਬ ਇਹ ਨਹੀਂ ਹੈ ਕਿ ਉਹ ਪ੍ਰਧਾਨ ਮੰਤਰੀ ਨਹੀਂ ਰਹੇ ਜਾਂ ਉਹ ਚੀਫ ਮਿਨਿਸਟਰ ਨਹੀਂ ਰਹੇ। ਇੱਕ ਰਿਸ਼ਤਾ ਤੇ ਦੇਖੋ ਗੰਢ ਧੁੱਪ ਤੇ ਕਰਨਾ ਹੀ ਪੈਂਦਾ ਆ, ਭਾਵੇਂ ਇੱਕ ਦੂਜੇ ਦੇ ਵਿਰੁੱਧ ਜਿੰਨੇ ਮਰਜ਼ੀ ਗੁੱਸਾ ਸੁਭਾਅ ਜਾਂ ਇਸ ਤਰ੍ਹਾਂ ਦਾ ਚੱਲਦਾ ਰਹਿੰਦਾ, ਤੀਰ ਤੇ ਚੱਲਦੇ ਰਹਿੰਦੇ ਰਾਜਨੀਤੀ 'ਚ। ਪਰ ਇਹ ਇੱਕ ਬਹੁਤ ਹੀ ਦੁਖਦਾਈ ਜਾਂ ਬਹੁਤ ਹੀ ਫਨਾਕੁਨ ਘਟਨਾ ਸੀਗੀ ਜਿਸ ਨੂੰ ਤੁਰੰਤ ਬਹੁਤ ਚੰਗਾ ਕੀਤਾ ਪ੍ਰਧਾਨ ਮੰਤਰੀ ਜੀ ਨੇ ਕਿ ਤੁਰੰਤ ਸਰਵੇ ਕੀਤਾ ਔਰ ਚੀਫ ਮਿਨਿਸਟਰ ਨਾਲ ਗਏ ਤਾਂ ਕਿ ਇੱਕ ਸਾਂਝੀ ਰਾਏ ਬਣ ਸਕੇ ਕਿਹੜੇ ਕਿਹੜੇ ਜ਼ਿਲ੍ਹਿਆਂ 'ਚ ਕਿਵੇਂ ਕਿੰਨੀ ਤਬਾਹੀ ਹੋਈ ਹੈ ਔਰ ਉਹਦੇ 'ਚ ਜਾਨੀ ਮਾਲ ਸਾਰੀ ਕਿਸਮ ਦਾ ਨੁਕਸਾਨ ਹੋਇਆ, ਫਸਲਾਂ ਦਾ ਨੁਕਸਾਨ ਹੋਇਆ, ਜਿਵੇਂ ਅਸੀਂ ਕੱਲ੍ਹ ਡਿਟੇਲ ਕੀਤੀ ਸੀਗੀ। ਤੇ ਇਹ ਰਾਹਤ ਜਿਹੜੀ ਫੌਰੀ ਰਾਹਤ ਆ, ਪਰ ਪਾਰਟੀਆਂ ਵਿਰੋਧੀ ਪਾਰਟੀਆਂ ਵੀ ਔਰ ਮਮਤਾ ਬੈਨਰਜੀ ਵੀ ਇਸ ਗੱਲ ਦੀ ਮੰਗ ਕਰ ਰਹੀ ਹੈ ਕਿ ਇਹ ਠੀਕ ਹੈ, ਤੁਰੰਤ ਜਿਹੜੀ ਇੰਨੀ ਰਾਹਤ ਹੈ ਐਮਰਜੈਂਸੀ ਪ੍ਰਧਾਨ ਮੰਤਰੀ ਨੇ ਆਪਣੇ ਉਸ ਕੋਸ਼ ਵਿੱਚੋਂ ਜਿਹੜਾ ਡਿਜ਼ਾਸਟਰ ਮੈਨੇਜਮੈਂਟ ਵਾਲਾ ਹੁੰਦਾ ਦਿੱਤੀ ਹੈ। ਪਰ ਚਾਹੀਦਾ ਇਹ ਹੈ ਕਿ ਇਸ ਨੂੰ ਨੈਸ਼ਨਲ ਤਰਾਸ਼ਦੀ ਕਰਾਰ ਦਿੱਤਾ ਜਾਏ, ਕਿ ਨੈਸ਼ਨਲ ਐਮਰਜੈਂਸੀ ਦਾ ਕਰਾਰ ਦਿੱਤਾ ਜਾਏ, ਕਿਉਂਕਿ ਦੋ ਸਟੇਟਾਂ ਦਾ ਮਾਮਲਾ ਆ ਤੇ ਇਸ ਕਰਕੇ ਜੇ ਇਕੱਲੀ ਸਟੇਟ 'ਚ ਹੋਵੇ ਤਾਂ ਉਸ ਨੂੰ ਥੋੜ੍ਹਾ ਜਿਹਾ ਮੁਸ਼ਕਲ ਹੋਣਾ ਸੀ ਕਹਿਣਾ। ਤੇ ਇਹਦਾ ਮਤਲਬ ਤਾਂ ਕਿ ਸਾਰੇ ਦੇਸ਼ ਦੇ ਬਾਕੀ ਦੇ ਜਿਹੜੇ ਇੱਕ ਤੇ ਸਾਧਨਾਂ ਨੂੰ ਜਟਾਉਣਾ ਸੌਖਾ ਹੋਏ ਤੇ ਹੋਰ ਦੇਸ਼ ਦੇ ਵਿੱਚੋਂ ਵੀ ਮਦਦ ਦਾ ਆਉਣਾ ਆਸਾਨ ਹੋ ਜਾਏ। ਮੇਰਾ ਖਿਆਲ ਹੈ ਕਿ ਪ੍ਰਧਾਨ ਮੰਤਰੀ ਨੂੰ ਇਸ ਗੱਲ ਨੂੰ, ਉਹਨਾਂ ਦੀ ਪ੍ਰਪੋਜ਼ਲ ਨੂੰ ਤੇ ਵਿਰੋਧੀ ਪਾਰਟੀਆਂ ਜਿਹੜੀਆਂ ਇਸ ਗੱਲ ਦੀ ਮੰਗ ਕਰ ਰਹੀਆਂ ਉਸ ਨੂੰ ਇਸ ਗੱਲ ਤੇ ਤਵੱਜੋ ਜ਼ਰੂਰ ਦੇਣੀ ਚਾਹੀਦੀ ਹੈ। ਮੰਨਦੀ ਜੀ ਪ੍ਰੋਫੈਸਰ ਸਾਹਿਬ, ਹੁਣ ਜੇ ਸਾਡੇ ਗਵਾਂਢੀ ਦੇਸ਼ ਦੀ ਗੱਲ ਕਰ ਲਈਏ ਜਿੱਥੇ ਕਿ ਪਲੇਨ ਹਾਦਸਾ ਹੋਇਆ, ਕ੍ਰੈਸ਼ ਹੋ ਗਿਆ ਜੀ ਜਿਹੜਾ ਹੈ ਪਲੇਨ, ਜਿਸ ਵਿੱਚ 99 ਲੋਕ ਸਵਾਰ ਦੱਸੇ ਜਾ ਰਹੇ ਨੇ। 85 ਜਿਹੜੀਆਂ ਸਵਾਰੀਆਂ ਸੀ, ਬਾਕੀ ਚਾਲਕ ਦਰ ਦੇ ਮੈਂਬਰ ਸੀ, ਜਿਨ੍ਹਾਂ ਵਿੱਚੋਂ 57 ਬੋਡੀਜ਼ ਜਿਹੜੀਆਂ ਨੇ ਉਹ ਰਿਕਵਰ ਕਰ ਲਈਆਂ ਗਈਆਂ ਨੇ। ਇਸ ਦੇ ਨਾਲ ਹੀ 2 ਜਿਹੜੇ ਨੇ ਵਿੱਚ ਮੁਸਾਫਰ ਉਹ ਵਾਲ-ਵਾਲ ਬਚ ਵੀ ਗਏ ਨੇ, ਜੇ ਵੀ ਖਬਰ ਆ ਰਹੀ ਹੈ। ਹਾਂ ਇਹ ਠੀਕ ਹੈ, ਇਹ ਇੱਕ ਬੜੀ ਟ੍ਰੈਜਡੀ ਹੋਈ ਹੈ ਉਸੇ ਤਰੀਕੇ ਨਾਲ ਜਿਵੇਂ ਅਚਾਨਕ ਸਾਡੇ ਤੂਫਾਨ ਆਇਆ ਹੈ ਉੜੀਸਾ ਤੇ ਬੰਗਾਲ ਦੇ ਵਿੱਚ। ਤੇ ਟੈਕਨੋਲੋਜੀ ਦਾ ਦੇਖੋ ਇਹ ਹਮੇਸ਼ਾ ਹੁੰਦਾ ਆ। ਅਸੀਂ ਇਸ ਵਕਤ ਪਾਕਿਸਤਾਨ ਦੇ ਨਾਲ, ਪਾਕਿਸਤਾਨ ਦੇ ਲੋਕਾਂ ਨਾਲ ਔਰ ਜਿਹੜੀ ਵੀ ਇਹ ਦੁਰਘਟਨਾ ਹੋਈ ਆ, ਆਪਾਂ ਗਹਿਰਾ ਦੁੱਖ ਪ੍ਰਗਟ ਕਰਦੇ ਹਾਂ, ਜਿੱਥੇ ਅਸੀਂ ਉਹਨਾਂ ਪਰਿਵਾਰਾਂ ਦੇ ਦੁੱਖ ਵਿੱਚ ਸ਼ਰੀਕ ਹੁੰਦੇ ਹਾਂ। ਚੰਗੀ ਗੱਲ ਇਹ ਆ ਕਿ ਸਾਡੇ ਪ੍ਰਧਾਨ ਮੰਤਰੀ ਉਂਝ ਭਾਵੇਂ ਜਿੰਨੇ ਮਰਜ਼ੀ ਤੀਰ ਛੱਡਦੇ ਰਹਿਣ ਪਾਕਿਸਤਾਨ ਵਿਰੁੱਧ ਵੀ, ਪਰ ਉਹਨਾਂ ਨੇ ਵੀ ਇਸ ਗੱਲ ਦਾ ਗਹਿਰਾ ਸ਼ੋਕ ਪ੍ਰਗਟ ਕੀਤਾ ਜਿਹੜਾ ਇੱਕ ਸਾਡਾ ਸਾਰਿਆਂ ਵੱਲੋਂ ਬਿਲਕੁਲ ਇਹ ਬਣਦਾ ਵੀ ਸੀਗਾ। ਔਰ ਮੇਰਾ ਖਿਆਲ ਹੈ ਕਿ ਜੇ ਕੋਈ ਰਾਹਤ ਦਾ ਕਿਸੇ ਕਿਸਮ ਦਾ ਹੋਵੇ, ਜਿਹੜਾ ਵੀ ਕਰ ਸਕਦਾ ਹੋਵੇ, ਤੇ ਇਹਨਾਂ ਹਾਲਾਤਾਂ ਦੇ ਵਿੱਚ ਉਸ ਟ੍ਰੈਜਡੀ ਦੇ ਵਿੱਚ ਰਾਹਤ ਲਈ ਵੀ ਅੱਗੇ ਆਉਣਾ ਚਾਹੀਦਾ। ਮੰਦੀ ਜੀ ਪ੍ਰੋਫੈਸਰ ਸਾਹਿਬ, ਹੁਣ ਜੇ ਅਸੀਂ RBI ਦੀ ਖਬਰ ਲੈ ਲਈਏ, RBI ਵੱਲੋਂ ਇਸ ਲੋਕਡਾਊਨ ਦੇ ਦੌਰਾਨ ਲੋਕਾਂ ਨੂੰ ਕੁਝ ਰਾਹਤ ਪ੍ਰਦਾਨ ਕੀਤੀ ਗਈ ਹੈ ਜੀ। ਉਹਨਾਂ ਵੱਲੋਂ ਜੋ ਹੈ 0.40% ਜਿਹੜਾ ਹੈ ਰੈਪੋ ਰੇਟ ਵਿੱਚ ਕਮੀ ਕੀਤੀ ਗਈ ਹੈ। ਇਸ ਦੇ ਨਾਲ ਹੀ ਹੋਮ ਲੋਨ, ਨਿੱਜੀ ਲੋਨ ਅਤੇ ਵਾਹਨ ਲੋਨ ਵਿੱਚ ਵੀ ਜਿਹੜੀ EMI ਸੀ ਉਸ ਦਾ ਭੁਗਤਾਨ ਵਿੱਚ ਉਸ ਦੇ ਵਿੱਚ ਵੀ ਰਾਹਤ ਦਿੱਤੀ ਗਈ ਹੈ। ਜੂਨ, ਜੁਲਾਈ ਤੇ ਅਗਸਤ ਦੀ EMI ਜਿਹੜੀ ਹੈ ਉਹ ਹੁਣ ਹੋਲਡ ਕੀਤੀ ਜਾ ਸਕਦੀ ਹੈ। ਹੋਰ ਵੀ ਕਾਫੀ ਜਿਹੜੇ ਉਹਨਾਂ ਨੇ ਐਲਾਨ ਕੀਤੇ ਜੀ। ਹਾਂ ਇਹ ਕੱਲ੍ਹ ਉਹਨਾਂ ਨੇ ਪ੍ਰੈਸ ਕਾਨਫਰੰਸ ਕਰਕੇ ਕੀਤੀ ਹੈ। ਜਦੋਂ ਦਾ ਸਾਡਾ ਪਿਛਲੇ 2 ਮਹੀਨੇ ਦੇ ਵਿੱਚ ਅਸੀਂ ਇਹ ਯੁੱਧ, ਕਰੋਨਾ ਯੁੱਧ ਛੇੜਿਆ, ਇਹ ਦੂਜੀ ਵਾਰ ਹੋਇਆ। ਔਰ ਇਹ ਤੁਹਾਨੂੰ ਦੱਸਿਆ ਕਿ ਮੀਟਿੰਗ ਸ਼ਡਿਊਲਡ ਮੀਟਿੰਗ ਨਹੀਂ ਸੀ। ਸ਼ਡਿਊਲਡ ਮੀਟਿੰਗ ਅਜੇ 12-13 ਦਿਨਾਂ ਬਾਅਦ ਹੋਣੀ ਸੀ। ਇਹ ਅਚਾਨਕ ਅਚਨਚੇਤ ਮੀਟਿੰਗ ਕੀਤੀ ਹੈ। ਇਸ ਤੋਂ ਇਹ ਅੰਦਾਜ਼ਾ ਲਾ ਲੈਣਾ ਚਾਹੀਦਾ RBI ਨੂੰ, ਜਿਹੜੇ ਕੱਲ੍ਹ ਪ੍ਰੈਸ ਕਾਨਫਰੰਸ ਤੋਂ ਪਹਿਲਾਂ ਦੀ ਮੀਟਿੰਗ ਤੋਂ ਪਹਿਲਾਂ ਫੈਸਲੇ ਹੋਏ, ਮੈਂ ਉਸ ਦੀ ਗੱਲ ਕਰ ਰਿਹਾ। ਇਸ ਤੋਂ ਇਹ ਅੰਦਾਜ਼ਾ ਲਾਉਣਾ ਮਨਦੀਪ ਚਾਹੀਦਾ ਕਿ ਵਾਕਿਆ ਹੀ ਜਿਹੜੀ ਐਮਰਜੈਂਸੀ ਆ, ਫਾਈਨੈਂਸ਼ੀਅਲ ਐਮਰਜੈਂਸੀ ਆ ਦੇਸ਼ ਦੇ ਵਿੱਚ, ਅਰਥ ਅਵਸਥਾ ਦੀ ਜਿਹੜੀ ਐਮਰਜੈਂਸੀ ਆ ਉਹ ਬਹੁਤ ਹੀ ਜ਼ਿਆਦਾ ਭਿਆਨਕ ਆ। ਜਿੰਨੀ ਅਸੀਂ ਸੋਚੀ ਸੀ ਉਹਦੇ ਨਾਲੋਂ ਕਿਤੇ ਜ਼ਿਆਦਾ। ਇਹ RBI ਦੇ ਗਵਰਨਰ ਸਾਹਿਬ ਨੇ ਵੀ ਇਸ ਗੱਲ ਨੂੰ, ਮਿਸਟਰ ਦਾਸ ਜਿਹੜੇ ਆ ਉਹਨਾਂ ਨੇ ਮੰਨਿਆ ਆ ਕਿ ਜੋ ਅਸੀਂ ਜਿੰਨਾ ਅੰਦਾਜ਼ਾ ਲਾ ਸਕਦੇ ਸੀ, ਅਸਲ 'ਚ ਸੰਕਟ ਉਹਦੇ ਨਾਲੋਂ ਕਿਤੇ ਜ਼ਿਆਦਾ ਭਿਆਨਕ ਤੇ ਗਹਿਰਾ ਹੈ। ਇਹ ਟੈਂਪਰੇਰੀ ਰਾਹਤ ਆ, ਜਿਸ ਤਰ੍ਹਾਂ ਤੁਸੀਂ ਫਸਟ ਏਡ ਕਹਿ ਲਓ, ਇਹ ਥੋੜ੍ਹੀਆਂ ਬਹੁਤ ਰਾਹਤਾਂ ਆ। ਪਰ RBI ਨੂੰ ਅਸੀਂ ਤਾਂ ਪਹਿਲਾਂ ਹੀ ਬੜਾ ਨਿਚੋੜ ਲਿਆ। ਹੁਣ ਇਹ ਜਿਹੜੀ
ਗਾਂ ਆ, ਜੇ ਪੱਠੇ ਪਾਉਣੇ ਨਹੀਂ ਆ, ਵੜੇਵੇਂ ਪਾਉਣੇ ਨਹੀਂ ਆ, ਤੇ ਉਹਨੂੰ ਤੁਸੀਂ ਡੰਡੇ ਮਾਰ ਮਾਰ ਕੇ ਚੋਈ ਜਾਓਗੇ, ਕਿੰਨਾ ਚਿਰ ਦੁੱਧ ਦਊਗੀ। ਇਸ ਕਰਕੇ ਇਹ ਮਾੜੀ ਗੱਲ ਸੀਗੀ ਕਿ ਆਰਬੀਆਈ ਨੂੰ ਥੋੜੀ ਜਿਹੀ ਆਟੋਨਮੀ ਦੇ ਕੇ ਉਹਨਾਂ ਨੂੰ ਆਪਣੇ ਢੰਗ ਨਾਲ ਮੋਨਿਟਰੀ ਪਾਲਿਸੀ ਨੂੰ ਤੈਅ ਕਰਕੇ ਚਲਾਉਣਾ ਚਾਹੀਦਾ ਸੀ। ਇਹ ਬੜੇ ਦੇਰ ਤੱਕ ਸਾਡੇ ਦੇਸ਼ 'ਚ ਚੱਲਦਾ ਰਿਹਾ, ਪਰ ਹੁਣ ਰਾਜਨੀਤਿਕ ਲੋਕ ਜਿਵੇਂ ਕੋਰਟ ਕਚਹਿਰੀਆਂ 'ਚ ਹਾਵੀ ਹੋ ਰਹੇ ਆ, ਜਿਵੇਂ ਬਾਕੀ ਸਾਰੇ ਜਗ੍ਹਾ ਤੇ ਮੀਡੀਆ ਦੇ ਉੱਤੇ ਰਾਜਨੀਤਿਕ ਲੋਕ ਰਾਜਨੀਤੀ ਹਾਵੀ ਹੋ ਰਹੀ ਆ, ਇਸੇ ਤਰੀਕੇ ਨਾਲ ਆਰਬੀਆਈ ਦੇ ਉੱਤੇ ਵੀ ਕਾਫੀ ਹਾਵੀ ਹੋਈ ਆ। ਤੇ ਤੁਹਾਨੂੰ ਪਤਾ ਕਿ 2 ਜਿਹੜੇ ਗਵਰਨਰ ਆ ਪਹਿਲਾਂ ਛੱਡ ਕੇ ਜਾ ਚੁੱਕੇ ਆ, ਇਵਨ ਸੈਕਟਰੀ ਨੂੰ ਵੀ ਸੇਕ ਇਸ ਗੱਲ ਦਾ ਲੱਗਾ ਸੀਗਾ ਜਿਹੜੇ। ਇਸ ਕਰਕੇ ਜੋ ਸ਼ਾਂਤੀਕਾਂਤ ਦਾਸ ਹੈਗੇ ਆ ਉਹਦੇ ਗਵਰਨਰ, ਉਹਨਾਂ ਨੇ ਕੁਦਰਤੀ ਆਪਣਾ ਫਰਜ਼ ਪੂਰਾ ਕਰਨ ਲਈ 40 BPS ਮਤਲਬ ਹੁੰਦਾ ਬੇਸਿਕ ਪੁਆਇੰਟਸ ਜਿਹੜੇ ਆ ਉਹ ਕਰਤੇ। ਇਹਦਾ ਮਤਲਬ ਇਹ ਆ ਕਿ 115 ਟੋਟਲ ਹੁਣ ਤੱਕ ਪਿਛਲੇ 60 ਦਿਨਾਂ 'ਚ 115 BPS ਦਾ ਮਤਲਬ ਹੁੰਦਾ 1.15% ਇੰਟਰਸਟ ਰੇਟ ਨੂੰ ਥੱਲੇ ਕਰਤਾ। ਇਹਦਾ ਮਤਲਬ ਜਿਹੜੀਆਂ ਬੈਂਕਾਂ ਨੂੰ ਆਰਬੀਆਈ ਜਿਹੜਾ ਅਲਾਓ ਕਰੂਗੀ ਕਰਜ਼ੇ ਥੋੜੇ ਸਸਤੇ ਕਰਦੇ ਆ, ਤਾਂ ਕਿ ਨੂੰ ਥੋੜਾ ਜਿਹਾ ਜਿਹੜਾ ਨੱਕ 'ਚ ਦਮ ਆਇਆ ਬੈਂਕਾਂ ਦੇ, ਉਹ ਥੋੜੀ ਜਿਹੀ ਸਾਹ ਤੇ ਆਕਸੀਜਨ ਮਿਲਣੀ ਸ਼ੁਰੂ ਹੋਵੇ, ਨਹੀਂ ਤੇ ਉਹਨਾਂ ਨੂੰ ਕਿਤੇ ਉਸੇ ਤਰੀਕੇ ਨਾਲ ਵੈਂਟੀਲੇਟਰ ਤੇ ਨਾ ਲਾਉਣਾ ਪਏ। ਦੂਜੇ ਪਾਸੇ ਬੈਂਕਾਂ ਕਹਿੰਦੀਆਂ ਕਿ ਸਾਡੇ ਹੱਥ ਖੜੇ ਆ, ਸਾਨੂੰ ਤੇ ਬਹੁਤ ਬੁਰਾ ਹਾਲ ਆ। ਨੌਨ ਜਿਹੜੀਆਂ ਬੈਂਕਿੰਗ ਫਾਈਨੈਂਸ਼ੀਅਲ ਜਿਹੜੇ ਸੈਕਟਰ ਹੈਗਾ ਉਹਦੇ ਵਿੱਚ ਵੀ ਮਨਦੀਪ ਬੁਰਾ ਹਾਲ। ਮੈਨੂੰ ਸਵੇਰੇ ਇੱਕ ਇਹੋ ਜਿਹਾ ਜਿਹੜੇ ਬੈਂਕ ਨੌਨ ਬੈਂਕਿੰਗ ਫਾਈਨੈਂਸ਼ੀਅਲ ਏਜੰਸੀਜ਼ ਹੈ ਜਿਹੜੇ ਉਹਨਾਂ ਚੋਂ ਮਿਲੇ ਸੀਗੇ ਮੈਨੂੰ, ਉਹ ਕਹਿ ਰਹੇ ਕਿ ਮੇਰੀ ਤੇ 20% ਜਿਹੜੀ ਆ ਰਿਟਰਨ ਵਾਪਸ ਆ ਰਹੀ ਹੈ, ਬਾਕੀ ਜਿਹੜੇ 80% ਆ ਸਾਰੀ ਉਹ ਪੋਸਟਪੋਨ ਹੋ ਰਹੀ ਹੈ। ਇਹ ਹੀ ਬੈਂਕਾਂ ਦਾ। ਉਹ ਕਹਿੰਦੇ ਕਿ ਵੱਡੇ ਪੱਧਰ ਤੇ NPA ਜਿਹੜਾ ਦੂਜੇ ਦੇ ਸਾਲ ਦੇ ਜਿਹੜਾ ਹੁਣ ਦੂਜਾ ਛਮਾਹੀ ਚੱਲ ਪੈਣੀ ਹੈ, ਉਹਦੇ ਵਿੱਚ ਜੂਨ ਤੋਂ ਲੈ ਕੇ ਔਨਵਰਡ ਜਾਂ ਅੱਗੇ ਤੋਂ ਸਾਨੂੰ ਕਾਫੀ ਖਤਰਾ, ਸਾਡਾ ਬਹੁਤ ਹੀ ਬੁਰਾ ਹਾਲ ਆ ਸਾਡਾ, ਕਿ ਸਾਨੂੰ ਇਹ ਜਿਹੜੀਆਂ ਛੋਟੀਆਂ ਛੋਟੀਆਂ ਮਿਲ ਰਹੀਆਂ ਰਾਹਤਾਂ ਉਹਦੇ ਨਾਲ ਇਹ ਜ਼ਰੂਰੀ ਨਹੀਂ ਕਿ ਸਾਡੇ ਪੈਰ ਲੱਗ ਸਕਣ ਜਾਂ ਅਸੀਂ ਆਪਣੇ ਮੁੜ ਉਸ ਪਹਿਲੇ ਵਾਲੇ ਰੂਪ 'ਚ ਜਿਹੜੀਆਂ ਆਪਣੀ ਸੇਵਾ ਫਾਈਨੈਂਸ ਦੇ ਵਿੱਚ ਕਰ ਸਕੀਏ, ਲੋਨਸ ਦੇ ਵਿੱਚ ਕਰ ਸਕੀਏ। ਇਹਦਾ ਮਤਲਬ ਇਹ ਹੈ ਕਿ ਨੌਨ NPA ਜਿਹਨੂੰ ਕਹਿੰਦੇ ਆ, ਨੌਨ ਪਰਫਾਰਮਿੰਗ ਐਸੈਟਸ, ਉਹਨਾਂ ਦਾ ਨੰਬਰ ਵੱਡੀ ਗਿਣਤੀ 'ਚ ਵਧਣ ਵਾਲਾ। ਹੁਣ ਇਹ ਆਪਾਂ ਨੋਟ ਛਾਪ ਕੇ ਕਰਨਾ, ਨਵੇਂ ਰੰਗਾਂ 'ਚ ਕੱਢ ਕੇ ਕਰਨਾ, ਇਹਦਾ ਹੱਲ ਕਰਨਾ, ਜਾਂ ਤੁਸੀਂ ਐਕਚੁਅਲੀ ਕੋਈ ਗੇੜਾ ਰਾਹਤ ਦਾ ਦੇਣਾ ਆ, ਉਹਦੇ ਬਾਰੇ ਮੈਨੂੰ ਕੋਈ ਬਹੁਤੀ ਸੋਚ ਲੱਗਦੀ ਨਹੀਂ ਦਿਖ ਰਹੀ। ਪਰ ਇੱਕ ਗੱਲ ਉਹਨਾਂ ਨੇ ਜਿਹੜੀ ਕਹੀ ਆ, ਜਿਹੜੀ ਬੜੀ ਸਾਡੇ ਸਾਰਿਆਂ ਲਈ ਚਿੰਤਾ ਦੀ ਗੱਲ ਆ, ਕਿ ਇਕਨੋਮੀ ਵੱਡੇ ਪੱਧਰ ਤੇ ਸ਼ਰਿੰਕ ਕਰ ਰਹੀ ਹੈ ਔਰ ਇਹ ਨੈਗੇਟਿਵ ਰੇਟ ਆਫ ਗਰੋਥ ਵਿੱਚ ਹੋਊਗੀ। ਤੇ ਇਸ ਕਰਕੇ ਜਿਹੜਾ ਮੋਦੀ ਜੀ ਦਾ ਸੁਪਨਾ $5 ਟ੍ਰਿਲੀਅਨ ਦੀ ਦੇਸ਼ ਦੀ ਇਕਨੋਮੀ ਨੂੰ ਬਣਾਉਣਾ 1925 ਤੱਕ, ਉਹ ਤੇ ਹੁਣ ਕਿਸੇ ਬਕਸੇ 'ਚ ਬੰਦ ਕਰਕੇ ਰੱਖਣਾ ਪਊ ਮੰਦੀ। ਜੀ ਪ੍ਰੋਫੈਸਰ ਸਾਹਿਬ, ਬਿਲਕੁਲ ਉਹਨਾਂ ਵੱਲੋਂ ਲਗਾਤਾਰ ਦਾਅਵਾ ਕੀਤਾ ਜਾ ਰਿਹਾ ਸੀ ਕਿ ਮੈਂ 2025 ਤੱਕ ਦੇਸ਼ ਦੀ ਜਿਹੜੀ ਹੈ ਰੂਪਰੇਖਾ ਹੀ ਬਦਲ ਦੇਵਾਂਗਾ। ਤੇ ਜੇ ਹੁਣ ਅਸੀਂ ਇਹਦੇ ਨਾਲ ਰਲਦੀ ਮਿਲਦੀ ਖਬਰ ਲੈ ਲਈਏ, ਜੋ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ, ਉਸ ਵੱਲੋਂ ਕਿਹਾ ਜਾ ਰਿਹਾ ਹੈ ਕਿ ਸੱਚਮੁੱਚ ਜਿਹੜੀ ਹੈ ਭਾਰਤ ਦੀ ਸਰਕਾਰ ਹੈ ਉਹ ਫੇਲ ਹੋ ਰਹੀ ਹੈ ਪ੍ਰਵਾਸੀ ਮਜ਼ਦੂਰਾਂ ਦੇ ਪ੍ਰਵਾਸ ਦੇ ਮੁੱਦੇ ਤੇ ਬਣਾਈਆਂ ਗਈਆਂ ਯੋਜਨਾਵਾਂ ਦੇ ਵਿੱਚ। ਉਹਨਾਂ ਨੇ ਕਿਹਾ ਹੈ ਕਿ ਕੱਲ ਉਹਨਾਂ ਨੇ 22 ਪਾਰਟੀਆਂ ਵਿਰੋਧੀ ਪਾਰਟੀਆਂ ਸੀ ਉਹਨਾਂ ਨਾਲ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਮੀਟਿੰਗ ਕੀਤੀ, ਜਿਸ ਵਿੱਚ ਉਹਨਾਂ ਨੇ ਸਾਫ਼ ਸ਼ਬਦਾਂ ਵਿੱਚ ਕਹਿ ਦਿੱਤਾ ਕਿ ਸਰਕਾਰ ਬਿਲਕੁਲ ਫੇਲ ਸਾਬਤ ਹੋਈ ਹੈ ਮਜ਼ਦੂਰਾਂ ਦੇ ਪ੍ਰਵਾਸ ਦੇ ਮੁੱਦੇ ਤੇ। ਇਕੱਲੇ ਪ੍ਰਵਾਸ ਦੇ ਨਹੀਂ, ਸਾਰੇ ਮੁੱਦਿਆਂ ਤੇ, ਕਿਉਂਕਿ ਦੇਖੋ ਵਿਰੋਧੀ ਪਾਰਟੀਆਂ ਦਾ ਵੈਸੇ ਤੇ ਥੋੜੀ ਵਿਰੋਧਤਾ ਕਰਨਾ ਹੁੰਦਾ ਹੀ ਆ, ਪਰ ਉਹ ਮੈਨੂੰ ਨਹੀਂ ਲੱਗਾ ਕਿ ਕੋਈ ਇਹੋ ਜਿਹੀ ਵਿਰੋਧਤਾ ਦੀ ਖਾਤਰ ਵਿਰੋਧਤਾ ਹੈ ਜਾਂ ਕੋਈ ਪੋਲਿਟਿਕਸ ਹੈ। ਜਿਵੇਂ ਬੱਸਾਂ ਦੀ ਪੋਲਿਟਿਕਸ ਸੀਗੀ, ਉਹਦੇ ਵਿੱਚ ਇੱਕ ਹਿੱਸਾ ਪੋਲਿਟਿਕਸ ਦਾ ਸੀਗਾ, ਜਿਹੜੀਆਂ 1000 ਬੱਸਾਂ ਕਾਂਗਰਸ ਨੇ ਲਿਆ ਕੇ ਬਾਰਡਰ ਤੇ ਯੂਪੀ ਦੇ ਤੇ ਖੜੀਆਂ ਕਰਤੀਆਂ ਸੀ, ਤੇ ਯੋਗੀ ਨੇ ਵੀ ਅੱਗੇ ਪੋਲਿਟਿਕਸ ਕੀਤੀ, ਉਹਨਾਂ ਨੇ ਵੀ ਕੋਈ ਬਹੁਤ ਅਕਲਮੰਦੀ ਦਾ ਕੰਮ ਨਹੀਂ ਕੀਤਾ। ਪਰ ਇਹ ਜਿਹੜੀ ਕੱਲ 22 ਪਾਰਟੀਆਂ ਦੀ ਮੀਟਿੰਗ ਹੋਈ ਆ, ਉਹਦੇ 'ਚ ਲੈਫਟ ਪਾਰਟੀਆਂ ਵੀ, ਦੂਜੀਆਂ ਪਾਰਟੀਆਂ ਵੀ, ਹੋਰ ਵੀ ਹੈ। ਹੈਰਾਨੀ ਦੀ ਗੱਲ ਇਹ ਹੈ ਕਿ SP ਤੇ ਜਿਹੜੀ BSP ਜਿਹੜੀ ਯੂਪੀ ਦੀਆਂ ਪਾਰਟੀਆਂ ਬਿਲਕੁਲ ਨਹੀਂ ਸ਼ਾਮਲ ਹੋਈਆਂ। ਉਹਨਾਂ ਨੂੰ ਲੱਗਦਾ ਕਿ ਕਾਂਗਰਸ ਸਾਡੇ ਤੇ ਚੜ੍ਹਦੀ ਆ ਰਹੀ ਹੈ। ਤੇ ਇਸ ਬਾਈਆਂ ਦੇ ਵਿੱਚ ਪਾਰਟੀਆਂ ਦੇ ਵਿੱਚ ਇਸ ਗੱਲ ਦੀ ਵੀ ਮੈਨੂੰ ਹੈਰਾਨੀ ਹੋਈ ਕਿ ਜਿਹੜੀ ਆਮ ਆਦਮੀ ਪਾਰਟੀ ਆ, ਕੇਜਰੀਵਾਲ ਸਾਹਿਬ ਸੁਪਰੀਮੋ ਉਹਨਾਂ ਨੂੰ ਇਹਦੇ ਵਿੱਚ ਕਿਸੇ ਕਿਸਮ ਦਾ ਸੱਦਾ ਨਹੀਂ ਦਿੱਤਾ ਗਿਆ। ਕੀ ਹੁਣ ਉਹ ਉਹਨਾਂ ਨੂੰ BJP ਦੀ ਹੀ ਇੱਕ ਸ਼ਾਖਾ ਸਮਝਣ ਲੱਗ ਗਏ ਆ? ਇਸ ਗੱਲ ਦੀ ਮੈਨੂੰ ਥੋੜੀ ਜਿਹੀ ਜ਼ਰੂਰ ਹੈ। ਪਹਿਲੀ ਵਾਰੀ ਇੰਜ ਹੋਇਆ ਕਿ ਉਹਨਾਂ ਨੂੰ ਆਪੋਜੀਸ਼ਨ ਪਾਰਟੀਆਂ ਵੱਲੋਂ ਆਪੋਜੀਸ਼ਨ ਪਾਰਟੀਆਂ 'ਚ ਨਾ ਰੱਖਿਆ ਗਿਆ ਹੋਵੇ ਤੇ ਉਸ ਮੀਟਿੰਗ 'ਚ ਸੱਦਾ ਵੀ ਨਾ ਦਿੱਤਾ ਗਿਆ ਹੋਵੇ। ਨਾਲ ਹੀ ਇੱਥੇ ਮੈਂ ਇਹ ਦੱਸਣਾ ਚਾਹੁੰਦਾ ਕਿ ਉਹਨਾਂ ਨੇ ਕੀ ਮੁੱਖ ਮੰਗਾਂ ਰੱਖੀਆਂ। ਉਹਨਾਂ ਦੀਆਂ ਮੁੱਖ ਮੰਗਾਂ ਇਹ ਜਿੱਥੇ ਤੇ ਇੱਕ ਤੂਫਾਨ ਦੇ ਜਿਹੜੇ ਉੱਥੇ ਸਾਡੇ ਨਾਲੋਂ ਰੂਹਾਂ ਵਿਛੜ ਗਈਆਂ ਉਹਨਾਂ ਨੂੰ ਸ਼ਰਧਾਂਜਲੀਆਂ ਦਿੱਤੀਆਂ, ਨਾਲ ਹੀ ਉਹਨਾਂ ਨੇ ਕਿਹਾ ਕਿ ਦਿਲ ਖੋਲ ਕੇ ਸਾਨੂੰ ਮਦਦ ਉੜੀਸਾ ਦੀ ਤੇ ਵੈਸਟ ਬੰਗਾਲ ਦੀ ਕਰਨੀ ਚਾਹੀਦੀ ਹੈ। ਇਹ ਪਾਰਟੀਆਂ ਦਾ ਸੱਦਾ ਸੀ। ਪਰ ਜਿਹੜਾ ਉਹਨਾਂ ਦਾ ਮੁੱਖ ਧਾਰਾ ਸੀ ਉਹ ਇਹ ਸੀ ਕਿ 6 ਮਹੀਨਿਆਂ ਤੱਕ ਜਿਹੜੇ ਨੌਨ ਟੈਕਸਿੰਗ ਲੋਕ ਹੈਗੇ ਸਾਡੇ ਦੇਸ਼ ਦੇ ਵਿੱਚ, ਜੋ ਟੈਕਸ ਨਹੀਂ ਪੇ ਕਰਦੇ, ਉਹਨਾਂ ਸਾਰਿਆਂ ਦੇ ਖਾਤਿਆਂ ਦੇ ਵਿੱਚ
7500 ਰੁਪਇਆ ਪਰ ਮੰਥ ਆਉਣ ਵਾਲੇ 6 ਮਹੀਨਿਆਂ 'ਚ ਪਾਉਣਾ ਚਾਹੀਦਾ, ਤਾਂ ਜਿਹੜੀ ਸਾਡੀ ਇਕੋਨਮੀ ਨੂੰ ਮਾੜੀ ਜਿਹਾ ਥੋੜੀ ਜਿਹੀ ਵਾਰਮਥ ਉਹਦੇ 'ਚ ਗਰਮਾਹਟ ਆਊਗੀ, ਤਾਂ ਹੀ ਉਹ ਦੁਬਾਰਾ ਚੱਕਾ ਚੱਲਣਾ ਸ਼ੁਰੂ ਹੋਊਗਾ। ਨਾਲ ਹੀ ਉਹਨਾਂ ਨੇ 10 ਕਿਲੋ ਦਾਣੇ ਜਿਹੜੇ ਪਰ ਪ੍ਰਤੀ ਜੀ, 5 ਕਿਲੋ ਤੇ ਐਲਾਨ ਸਰਕਾਰ ਨੇ ਕੀਤਾ ਕਿ 10 ਕਿਲੋ ਪ੍ਰਤੀ ਜੀ ਜਿਹੜੇ ਦਾਣੇ ਆ ਉਹ ਸਾਨੂੰ ਮੁਹੱਈਆ ਕਰਵਾਉਣੇ ਚਾਹੀਦੇ ਆ, ਇਰਰਿਸਪੈਕਟਿਵ ਕਿਸੇ ਕੋ ਕਾਰਡ ਹੈ ਜਾਂ ਨਹੀਂ ਹੈ ਇਸ ਕਿਸਮ ਦਾ। ਨਾਲ ਹੀ ਉਹਨਾਂ ਨੇ ਬੜੇ ਸਖਤ ਸ਼ਬਦਾਂ 'ਚ ਇਸ ਗੱਲ ਦੀ ਭਰਸਨਾ ਕੀਤੀ ਹੈ ਕਿ ਜਿਹੜੇ ਲੇਬਰ ਲਾਅ ਕਾਨੂੰਨ ਜਿਹੜੇ ਆ ਉਹ ਬਹੁਤ ਸਾਰੇ ਲੋਕਾਂ ਨੇ ਸਿੱਖੇ ਟੰਗ ਦਿੱਤੇ ਆ, ਖਾਸ ਕਰ ਯੂਪੀ, ਮੱਧ ਪ੍ਰਦੇਸ਼ ਤੇ ਗੁਜਰਾਤ ਵਾਲਿਆਂ ਨੇ, ਤਾਂ ਕਿ ਕਾਰਪੋਰੇਟਾਂ ਨੂੰ ਖੁੱਲੀ ਖੇਡਣ ਦਿੱਤੀ ਜਾਵੇ ਔਰ 8 ਘੰਟੇ ਦੀ ਜਗ੍ਹਾ 12-12 ਘੰਟੇ ਕੰਮ ਮਜ਼ਦੂਰਾਂ ਤੋਂ ਲਿਆ ਜਾਏ। ਮਜ਼ਦੂਰ ਪਹਿਲੇ ਭੁੱਖੇ ਭਾਣੇ ਭੱਜੇ ਫਿਰਦੇ ਆ, ਕੋਈ ਉਹਨਾਂ ਦੇ ਅੱਗੇ ਪਿੱਛੇ ਹੈ ਨਹੀਂ, ਖੂਨ ਉਹਨਾਂ ਦੇ ਦੇਹ ਦੇ ਵਿੱਚ 4 ਤੁਪਕੇ ਹੈ ਨਹੀਂ, ਹੋਰ ਕਿੰਨਾ ਕੁ ਨਿਚੋੜ ਲੋਗੇ ਤੁਸੀਂ 8 ਘੰਟਿਆਂ ਦੀ। ਉਹ 8 ਘੰਟੇ ਕੰਮ ਕਰਨਾ ਉਹਨਾਂ ਲਈ ਮੁਸ਼ਕਲ ਹੋਇਆ, ਇਹ 12 ਘੰਟੇ ਕੰਮ ਮੰਗਣਾ ਚਾਹੁੰਦੀ ਹੈ ਤੇ ਤਨਖਾਹ ਨਹੀਂ ਉਸ ਕਿਸਮ ਨਾਲ ਕੋਈ ਤੈਅ ਹੋ ਰਹੀ। ਸਾਡੀਆਂ ਮਿਨੀਮਮ ਵੇਜ ਪਹਿਲਾਂ ਹੀ ਬਹੁਤ ਹੀ ਨਿੰਦਣਯੋਗ ਤੇ ਬਹੁਤ ਹੀ ਥੋੜੀਆਂ ਹੁੰਦੀਆਂ, ਉਹ ਐਨੀਮਲ ਵੇਜ ਹੈ, ਜਿੰਨੀ ਕਿ ਤੁਸੀਂ ਆਪਣੇ ਘਰ 'ਚ ਕੋਈ ਡੰਗਰ ਵੱਛਾ ਰੱਖਿਆ ਹੋਵੇ ਉਸ ਹਿਸਾਬ ਨਾਲ ਕੈਲਕੂਲੇਟ ਕੀਤੀ ਵੇਜ ਹੁੰਦੀ ਹੈ। ਇਸ ਕਰਕੇ ਮੈਂ ਤੇ ਹਮੇਸ਼ਾ ਇਹ ਕਹਿੰਦਾ ਕਿ ਸਾਡੇ ਦੇ ਪਹਿਲਾਂ ਹੀ ਮਜ਼ਦੂਰਾਂ ਨੂੰ ਤੁਸੀਂ ਇੱਕ ਸਲੇਵ ਦੇ ਵਾਂਗੂ, ਜਿਸ ਤਰ੍ਹਾਂ ਸਲੇਵ ਸੀਗੇ ਉਸ ਤਰੀਕੇ ਨਾਲ ਅਸੀਂ ਰੱਖਦੇ ਹਾਂ, ਨਾ ਕਿ ਅਸੀਂ ਉਹਨਾਂ ਨੂੰ ਇੱਕ ਮਜ਼ਦੂਰਾਂ ਨੂੰ ਇੱਕ ਰਿਸਪੈਕਟੇਬਲ ਜਗ੍ਹਾ ਉਹਨਾਂ ਦੀ ਇੱਜ਼ਤ ਕਰਕੇ ਰੱਖਦੇ ਹਾਂ। ਇਹ ਸਾਡੀ ਤਰਾਸਦੀ ਹੈਗੀ ਆ। ਇਹਨਾਂ ਹਾਲਾਤਾਂ 'ਚ ਜ਼ਰੂਰੀ ਹੈ, ਮੇਰਾ ਖਿਆਲ ਹੈ ਕਿ ਵਿਰੋਧੀ ਪਾਰਟੀਆਂ ਦੇ ਜਿਹੜੇ ਇਹ ਰੈਜ਼ੋਲੂਸ਼ਨ ਆ, ਹਾਕਮ ਪਾਰਟੀਆਂ ਨੂੰ ਇਸ ਗੱਲ ਦਾ ਜ਼ਰੂਰ ਧਿਆਨ ਦੇਣਾ ਚਾਹੀਦਾ। ਨਹੀਂ ਤੇ ਅੱਜ ਦੀ ਡੇਟ 'ਚ ਇੰਝ ਲੱਗ ਰਿਹਾ ਕਿ ਜਿਵੇਂ ਮੋਦੀ ਤੇ ਅਮਿਤ ਸ਼ਾਹ ਵੀ ਨਹੀਂ ਹੁਣ ਬਹੁਤਾ ਨਜ਼ਰ ਆਉਂਦੇ, ਮੋਦੀ ਜ਼ਿਆਦਾ ਹੁੰਦੀ ਹੈ ਤੇ ਉਹੀ ਜਿਸ ਤਰ੍ਹਾਂ ਸਾਰੇ ਦੇਸ਼ ਦੀ ਵਾਗਡੋਰ ਸੰਭਾਲ ਕੇ ਤੇ ਅੱਗੋਂ ਵੱਡੀ ਮਤਲਬ ਤਾਕਤਵਰ ਇੰਜਣ ਦੀ ਤਰ੍ਹਾਂ ਖਿੱਚੀ ਫਿਰਦੇ ਸਾਰੀ ਚੀਜ਼ ਨੂੰ। ਮੈਨੂੰ ਲੱਗਦਾ ਕਿ ਥੱਕ ਨਾ ਜਾਣ, ਉਹਨਾਂ ਨੂੰ ਵਿਰੋਧੀਆਂ ਦਾ ਸਾਥ ਚਾਹੀਦਾ। ਮੰਦੀ ਜੀ ਪ੍ਰੋਫੈਸਰ ਸਾਹਿਬ, ਅਸੀਂ ਮਜ਼ਦੂਰਾਂ ਦਾ ਸੱਚਮੁੱਚ ਜਿਹੜਾ ਮਸਲਾ ਬਹੁਤ ਵੱਡਾ ਹੈ, ਜਿਵੇਂ ਤੁਸੀਂ ਗੱਲ ਕਰ ਹੀ ਰਹੇ ਹੋ, ਤੁਸੀਂ ਜਿਹੜੀ ਬੜੀ ਬੇਬਾਕੀ ਦੇ ਨਾਲ ਗੱਲ ਕਰਦੇ ਹੋ, ਤੇ ਅਸੀਂ ਇਸ ਵਿਸ਼ੇ ਤੇ ਹੋਰ ਵੀ ਗੱਲ ਕਰਾਂਗੇ, ਕਿਉਂਕਿ ਸਭ ਤੋਂ ਜ਼ਿਆਦਾ ਪ੍ਰਭਾਵਿਤ ਵਰਗ ਸੱਚਮੁੱਚ ਹੀ ਮਜ਼ਦੂਰ ਹੈ, ਜੋ ਇਸ ਲੋਕਡਾਊਨ ਦੌਰਾਨ ਜਿਸ ਨੂੰ ਭੁੱਖੇ ਰਹਿਣਾ ਪਿਆ, ਹਜ਼ਾਰਾਂ ਕਿਲੋਮੀਟਰ ਪੈਦਲ ਸਫ਼ਰ ਕਰਨਾ ਪਿਆ, ਸੱਚਮੁੱਚ ਹੀ ਮਜ਼ਦੂਰ ਵਰਗ ਦਾ ਬਹੁਤ ਬੁਰਾ ਹਾਲ ਹੈ। ਹੁਣ ਅਸੀਂ ਗੱਲ ਕਰਦੇ ਹਾਂ ਜਿਹੜੀ ਘਰਾਂ ਵਿੱਚ ਕੰਮ ਕਰਨ ਵਾਲੀਆਂ ਮੇਡਸ, ਉਹਨਾਂ ਦੇ ਸੰਬੰਧ ਵਿੱਚ ਜੋ ਹੈ ਹੋਮ ਮਿਨਿਸਟਰੀ ਨੇ ਸਰਕੂਲਰ ਜਾਰੀ ਕੀਤਾ ਹੈ ਕਿ ਕੋਈ ਵੀ ਉਹਨਾਂ ਨੂੰ ਘਰਾਂ ਵਿੱਚੋਂ ਕੰਮ ਕਰਨ ਤੋਂ ਰੋਕ ਨਹੀਂ ਸਕਦਾ, ਪਰ ਇਸ ਦੇ ਬਾਵਜੂਦ ਵੀ RWA ਨੇ ਕਿਹਾ ਹੈ ਕਿ ਪਹਿਲਾਂ ਉਹਨਾਂ ਨੂੰ ਹੈਲਥ ਸਰਟੀਫਿਕੇਟ ਲੈ ਕੇ ਆਉਣਾ ਪਏਗਾ, ਜਿਹੜਾ ਕਿ 4000 ਰੁਪਏ 'ਚ ਬਣਦਾ ਹੈ, ਤੇ ਸੱਚਮੁੱਚ ਇੱਕ ਮਜ਼ਦੂਰ ਦੇ ਲਈ ਇਹ 4000 ਰੁਪਏ ਕੱਢਣਾ ਬਹੁਤ ਜ਼ਿਆਦਾ ਔਖਾ ਹੋ ਗਿਆ। ਤੁਸੀਂ ਕੀ ਕਹੋਗੇ, ਇਸ ਸਮੱਸਿਆ ਨੂੰ ਕਿਵੇਂ ਲੈਂਦੇ ਹੋ ਜੀ? ਮੈਂ ਮਨਦੀਪ, ਤੁਸੀਂ ਬਹੁਤ ਗੱਲ ਵਧੀਆ ਛੇੜੀ ਹੈ। ਵੈਸੇ ਔਰਤ ਹੋਣ ਦੇ ਨਾਤੇ ਵੀ ਤੇ ਵੈਸੇ ਵੀ ਮਜ਼ਦੂਰ ਹੋਣ ਦੇ ਨਾਤੇ ਇਹ ਗੱਲ ਸਾਨੂੰ ਕਰਨੀ ਚਾਹੀਦੀ ਮਿਡਲ ਕਲਾਸ ਨੂੰ। ਇਹ ਅੱਜ ਦੀ ਨਹੀਂ, ਬੜੀ ਦੇਰ ਤੋਂ ਇਸ ਗੱਲ ਦੀਆਂ ਸ਼ਿਕਾਇਤਾਂ ਆ ਰਹੀਆਂ ਸੀ, ਹੁਣ ਤੇ ਪਟਾਕਾ ਹੀ ਪੈ ਗਿਆ, ਕਈ ਜਗ੍ਹਾ ਪਟਾਕੇ ਪੈ ਗਏ ਤੇ ਸਰਕਾਰ ਨੂੰ ਮਜ਼ਦੂਰਾਂ ਦੇ ਹੱਕ ਦੇ ਵਿੱਚ ਨਿੱਤਰਨਾ ਪਿਆ। ਅੱਜ ਤੋਂ 10-15 ਦਿਨ ਪਹਿਲਾਂ ਜਦੋਂ ਇਹ ਲੋਕਡਾਊਨ 3 ਚੱਲਿਆ ਸੀ ਤੇ ਉਦੋਂ ਵੀ ਸ਼ੁਰੂਆਤ 'ਚ RWA, ਜਿਹੜੀਆਂ RWA ਦਾ ਮਤਲਬ ਰੈਜ਼ੀਡੈਂਸ਼ੀਅਲ ਵੈਲਫੇਅਰ ਐਸੋਸੀਏਸ਼ਨ, ਜਿਹੜੀਆਂ ਮਿਡਲ ਕਲਾਸ ਨੇ ਚੰਗੇ ਘਰਾਂ ਦੇ ਵਿੱਚ ਬਣਾਈਆਂ ਹੋਈਆਂ, ਉਹ ਆਪਣੇ ਆਪ ਹੀ ਨਾਕਾਬੰਦੀ ਕਰੀ ਜਾਂਦੇ, ਗੇਟ ਕਰੀ ਜਾਂਦੇ ਆ, ਡਾਂਗਾ ਲੈ ਕੇ ਬੰਦੇ ਖੜਾਏ ਹੋਏ ਆ, ਆਪਣੀਆਂ ਪ੍ਰਾਈਵੇਟ ਸਿਕਿਉਰਿਟੀ ਫੋਰਸਿਸ ਖੜਾਈਆਂ। ਜੇ ਤੁਹਾਡੇ ਕੋਲ ਪੈਸਾ ਦੇ ਤਾਂ ਮਤਲਬ ਇਹ ਥੋੜੀ ਤੁਸੀਂ ਇੱਕ ਸਟੇਟ ਵਿਦਨ ਸਟੇਟ ਬਣ ਜਾਓਗੇ, ਤੁਸੀਂ ਆਪਣੇ ਤੌਰ ਤੇ ਆਪਣੇ ਕਾਨੂੰਨ ਲਾਗੂ ਕਰ ਲਓਗੇ। ਇਸ ਤਰ੍ਹਾਂ ਨਹੀਂ ਹੋ ਸਕਦਾ, ਨਾ ਹੋਣਾ ਚਾਹੀਦਾ ਹੈ। ਉਹ ਕੀ ਕਰਦੇ ਹੈ ਕਿ ਉਹ ਸਾਰੀ ਜਗ੍ਹਾ ਬੰਦ ਕਰਕੇ ਉਹਨਾਂ ਨੂੰ ਮੇਡਸ ਨੂੰ, ਇਹ 3 ਜਗ੍ਹਾ ਦੀਆਂ ਖਬਰਾਂ ਮੈਂ ਤੁਹਾਨੂੰ ਦੇ ਦੇਣਾ, ਗੁੜਗਾਉਂ ਦੀ, ਪੰਚਕੂਲੇ ਦੀ, ਚੰਡੀਗੜ੍ਹ ਦੀ, ਔਰ ਸਾਡੇ ਆਪਣੇ ਸੈਕਟਰ 'ਚ ਵੀ ਜਿੱਥੇ ਮੈਂ ਬੈਠਾ ਆ ਇਹੋ ਹੀ ਹਾਲਤ ਆ। ਵੱਡੇ ਗੇਟ ਇੱਥੇ ਲਾਤੇ ਆ, 5-5, 6-6 ਫੁੱਟ ਵੱਡੇ ਲੋਹੇ ਦੇ ਅੰਗਲਾਨ, ਤੇ ਮੇਨ ਸੜਕਾਂ ਨੂੰ ਵੀ ਬੰਦ ਕਰ ਦਿੱਤਾ। ਪਤਾ ਨਹੀਂ ਕਿਹਨੇ ਕੀਤਾ, ਪੁਲਿਸ ਤੋਂ ਕਹਿ ਕੇ ਕਰਵਾਇਆ ਕਿ ਕਿਵੇਂ ਕਰਵਾਇਆ। ਉਹ ਕਹਿ ਤੇ ਕਰੋਨਾ ਵਾਇਰਸ ਦੇ ਨਾਂ ਤੇ ਰਹੇ ਆ। ਇੰਜ ਲੱਗਦਾ ਹੈ ਕਰੋਨਾ ਵਾਇਰਸ ਨਾ ਹੋਵੇ, ਕੋਈ ਜੰਗਲੀ ਭੂਤਰਿਆ ਹਾਥੀ ਹੋਵੇ ਜਿਹਨੇ ਆਉਣਾ। ਏਡੇ ਜੰਗਲੇ ਕਰੋਨਾ ਵਾਇਰਸ ਲਈ ਕੀ ਲੋੜ ਹੈ? ਮੈਨੂੰ ਕਰੋਨਾ ਵਾਇਰਸ ਤੇ ਹਵਾ ਨਾ ਆ ਜਾਂਦੀ ਆ, ਜਾਂ ਉਹ ਮਾੜੀ ਜੀ ਕਿਸੇ ਵੀ ਚੀਜ਼ ਨਾਲ ਉਹਦੇ ਅਦਿੱਖ ਜੀ ਚੀਜ਼ ਹੈਗੀ ਆ, ਤੇ ਵੱਡੇ ਜੰਗਲੇ ਖੜੇ ਕਰ ਦਿੱਤੇ ਆ, ਬਹੁਤ ਹੀ ਮਜ਼ਬੂਤ, ਜਿਵੇਂ ਮੁੜ ਕੇ ਕਦੀ ਕਿਸੇ ਪਾਸੇ ਕਿਸੇ ਨੂੰ ਚੱਲਣ ਹੀ ਨਾ ਦੇਣਾ ਹੋਵੇ। ਇਹ ਇੱਕ ਤਰਾਸਦੀ ਦੀ ਗੱਲ ਹੈ। ਔਰ ਆਪਣੇ ਤੌਰ ਤੇ ਪੁਲਿਸਿੰਗ, ਆਪ ਜਿਹੜੇ ਰੈਜ਼ੀਡੈਂਸ਼ੀਅਲ ਵੈਲਫੇਅਰ ਐਸੋਸੀਏਸ਼ਨ ਹੈ, ਆਪ ਪੁਲਿਸ ਬਣ ਕੇ ਬੈਠ ਗਏ, ਕਿਸੇ ਨੂੰ ਦਬਕੇ ਮਾਰਦੇ ਆ, ਕਿਸੇ ਨੂੰ ਕਾਰਡ ਪੁੱਛਦੇ ਆ, ਕਿਸੇ ਨੂੰ ਕਹਿੰਦੇ ਆ ਕਿ ਤੁਸੀਂ ਆਪਣਾ ਜਿਹੜਾ ਹੈਲਥ ਸਰਟੀਫਿਕੇਟ ਲੈ ਕੇ ਆਓ ਕਰੋਨਾ ਵਾਇਰਸ ਵਾਲਾ, ਤੁਸੀਂ ਕਿਤੇ ਚੈੱਕ ਕਰਵਾ ਕੇ ਆਓ। ਉਹਦਾ 4000, ਬਿਲਕੁਲ ਠੀਕ ਫਰਮਾਇਆ ਤੁਸੀਂ, 4000 ਰੁਪਇਆ ਲੱਗਦਾ। ਗਰੀਬ ਕੋਲ ਤੇ 4 ਪੈਸੇ ਨਹੀਂ, ਉਹ 4000 ਰੁਪਇਆ ਕਿੱਥੋਂ ਖਰਚੇ? ਜੇ ਦੇਖੋ ਜਿਹੜਾ ਵੀ ਇੰਪਲਾਇਰ ਆ, ਉਸ ਦਾ ਬੇਸਿਕ ਇੰਨਾ ਤੇ ਫਰਜ਼ ਬਣਦਾ ਕਿ ਆਪਣੀ ਇੰਪਲਾਈ ਦਾ ਉਹ ਟੈਸਟ ਕਰਵਾ ਲੇ, ਜੇ ਉਹਨੂੰ ਬਹੁਤਾ ਡਰਿਆ ਤੇ। ਦੂਜਾ, ਤੁਸੀਂ ਦੂਜੇ ਨੂੰ ਤੇ ਟੈਸਟ ਕਰਵਾਉਣ ਲਈ ਕਹਿ ਰਹੇ ਆ, ਤੇ ਆਪਣਾ ਟੈਸਟ ਕਿਉਂ ਨਹੀਂ ਕਰਵਾ ਕੇ ਵਰਕਰ ਨੂੰ ਦਿਖਾਉਂਦੇ? ਜੇ ਕੱਲ ਦੇ ਜੇ ਕਿਸੇ ਘਰ ਦੇ ਮਾਲਕ ਨੂੰ ਕਰੋਨਾ ਵਾਇਰਸ ਹੋਇਆ, ਸਭ ਨੂੰ ਹੁੰਦਾ ਆ,
ਇਹ ਤੁਹਾਨੂੰ ਪਤਾ ਹੀ ਹੈ, ਸਾਰਿਆਂ ਨੂੰ ਪਤਾ ਕਿ ਜਹਾਜ਼ਾਂ ਰਾਹੀਂ ਸ਼ਹਿਰਾਂ 'ਚ ਆਇਆ, ਸ਼ਹਿਰਾਂ ਤੋਂ ਪਿੰਡਾਂ 'ਚ ਤੋੜ ਦਿੱਤਾ। ਹੁਣ ਜਿੰਨੇ ਲੇਬਰ ਗਏ ਆ ਹੁਣ ਪਿੰਡੋਂ ਪਿੰਡੀ ਇਹ ਫੈਲੂਗਾ, ਇਹਦਾ ਕੋਈ ਅੰਤ ਥੋੜੀ ਹੈ। ਤੇ ਲਿਆਂਦਾ ਤੇ ਇਹੋ ਜਿਹੀਆਂ RWA ਵਾਲੇ ਲੋਕਾਂ ਨੇ ਹੀ ਆ, ਉਹਨਾਂ ਲੋਕਾਂ ਨੂੰ। ਤੇ ਜੇ ਉਹਨਾਂ ਦੇ ਘਰਾਂ ਦੇ ਵਿੱਚ ਹੋਵੇ, ਆਪ ਬੰਦਿਆਂ ਨੂੰ ਹੋਇਆ, ਉਹ ਕਿਉਂ ਨਹੀਂ ਸਰਟੀਫਿਕੇਟ ਦਿਖਾਉਂਦੇ ਪਹਿਲਾਂ ਵਰਕਰਾਂ ਨੂੰ ਕਿ ਅਸੀਂ ਠੀਕ ਠਾਕ ਆ, ਦੇਖੋ ਬੀਬਾ ਤੁਸੀਂ ਆ ਕੇ ਕੰਮ ਕਰੋ, ਸਾਨੂੰ ਕੋਈ ਇਹੋ ਜਿਹੀ ਬਿਮਾਰੀ ਨਹੀਂ ਹੈ, ਤੇ ਤੁਹਾਡਾ ਸਰਟੀਫਿਕੇਟ ਵੀ ਅਸੀਂ ਡਾਕਟਰ ਕੋਲੋਂ ਕੱਲ ਤੱਕ ਲੈ ਦਾਂਗੇ, ਕੱਲ ਨੂੰ ਤੁਸੀਂ ਕੰਮ ਤੇ ਆ ਜਾਓ। ਬਣਦਾ ਇਹ ਕਹਿਣਾ ਹੈਗਾ, ਇੰਜ ਨਹੀਂ ਕਹਿ ਰਹੇ। ਉਹ ਐਉਂ ਦੇਖ ਰਿਹਾ ਕਿ ਜਿਵੇਂ ਉਹ ਦੁਸ਼ਮਣ ਹੋਣ। ਪਬਲਿਕ ਪਾਰਕਾਂ 'ਚ ਨਹੀਂ ਜਾਣ ਦਿੰਦੇ, ਕਿਸੇ ਬੈਂਚ ਤੇ ਨਹੀਂ ਬੈਠਣ ਦਿੰਦੇ, ਪਬਲਿਕ ਪਲੇਸ ਤੋਂ ਪਾਣੀ ਨਹੀਂ ਪੀਣ ਦਿੰਦੇ। ਕੱਲ ਇੱਥੇ ਇੱਕ ਬੰਦਾ, ਜਨਾਨੀ ਵਿਚਾਰੀ, ਉਹ ਕੱਚੀਆਂ ਅੰਬੀਆਂ ਤੋੜਨ ਲੱਗੀ, ਉਹਨੂੰ ਜਾਣੀ ਮਾਰ ਕੇ ਭਜਾਤਾ ਕਿ ਤੁਸੀਂ ਇਹ ਜਾਣੀ ਪਾਰਕ ਵਿੱਚੋਂ, ਕਹਿੰਦੇ ਪਾਰਕ ਤੇ ਸਾਂਝੀ ਹੈ। ਜਾਣੀ ਇੰਨਾ ਇੱਕ ਐਟੀਟਿਊਡ ਨਫ਼ਰਤ ਵਾਲਾ ਤੇ ਇੱਕ ਦੁਸ਼ਮਣੀ ਵਾਲਾ ਗਰੀਬ ਦੇ ਪ੍ਰਤੀ ਸਾਡੇ ਦੇਸ਼ ਦੇ ਆ। ਇਸੇ ਕਰਕੇ ਅਸੀਂ 700-800 ਸਾਲ ਗੁਲਾਮ ਰਹੇ ਆ। ਅਸੀਂ ਆਦਮੀ ਦੀ ਕਦਰ ਨਹੀਂ ਕਰਦੇ, ਮਜ਼ਦੂਰ ਦੀ ਮਿਹਨਤ ਦੀ, ਉਹਦੀ ਮਿਹਨਤ ਦੀ ਤੇ ਮਿਹਨਤ ਕਸ਼ਾਂ ਦੀ ਬਿਲਕੁਲ ਕਦਰ ਨਹੀਂ ਕਰਦੇ। ਇਹ ਇੱਕ ਸਾਡੀ ਬੜੀ ਵੱਡੀ ਸਾਡੇ ਦੇਸ਼ ਦੀ ਕਮਜ਼ੋਰੀ ਹੈ। ਜਿੰਨੀ ਮਰਜ਼ੀ ਅਸੀਂ ਆਪਣੀ ਪੂਛ ਨੂੰ ਦਿਨ ਰਾਤ ਸੜਾਈ ਜਾਈਏ, ਸਾਡੇ ਨਾਲੋਂ ਮਹਾਨ ਕੋਈ ਨਹੀਂ ਹੈ। ਇਹ ਕੋਈ ਮਹਾਨਤਾ ਵਾਲੀ ਗੱਲ ਨਹੀਂ। ਪੰਚਕੂਲੇ ਦੇ ਅੰਦਰ ਇਹੀ ਹਾਲਤ ਹੋਈ ਆ ਮਨਦੀਪ। ਉਹਨਾਂ ਨੇ ਫਿਰ ਜਾ ਕੇ SDM ਨੇ ਆਰਡਰ ਕੀਤਾ, ਖਬਰਦਾਰ ਜੇ ਕਿਸੇ ਮੇਡ ਨੂੰ ਕਿਸੇ ਨੇ ਵੀ ਰੋਕਿਆ ਤਾਂ ਇਹ ਦੇਸ਼ ਦਾ ਕਾਨੂੰਨ ਚੱਲੂਗਾ ਕਿ ਤੁਹਾਡਾ ਕਾਨੂੰਨ ਚੱਲੂਗਾ। ਜਿਹੜੇ ਮਨੋਜ ਪਰੀਦਾ ਆ, ਐਡਵਾਈਜ਼ਰ ਯੂਨੀਅਨ ਟੈਰੀਟਰੀ ਚੰਡੀਗੜ੍ਹ, ਉਹਨਾਂ ਨੇ ਵੀ ਬੜੀ ਸਖਤ ਤਾੜਨਾ ਕੀਤੀ ਆ ਕਿ ਜੇ ਕਿਸੇ ਨੇ ਕਿਸੇ ਨੂੰ ਵੀ ਘਰ 'ਚ ਜਾਣ ਤੋਂ ਇਸ ਗੱਲ ਕਰਕੇ ਰੋਕਿਆ ਤੇ ਮੇਰੇ ਕੋਲ ਸ਼ਿਕਾਇਤ ਲਿਆਓ, ਮੈਂ ਉਹਨਾਂ ਦੇ ਵਾਰੰਟ ਕੱਢੂੰਗਾ, ਮੈਂ ਉਹਨਾਂ ਨੂੰ ਉਹਨਾਂ ਦੀ ਮੰਜੀ ਠੋਕੂੰਗਾ। ਬੜੇ ਸਖਤ ਸ਼ਬਦਾਂ 'ਚ ਉਹਨਾਂ ਨੇ ਕਿਹਾ। ਕੱਲ ਜਿਹੜੀਆਂ ਜ਼ੀਰਕਪੁਰ ਤੋਂ ਜਿਹੜੀ ਸਟੋਰੀ ਆ, ਬੜੀ ਮੂਵਿੰਗ ਸਟੋਰੀ ਆ। 3 ਮੇਡ ਸਰਵੈਂਟ ਵਿਚਾਰੀਆਂ, ਇੱਕ 12 ਸਾਲ ਦੀ ਲੜਕੀ, ਇੱਕ 16 ਸਾਲ ਦੀ, ਇੱਕ 18 ਸਾਲ ਦੀ, ਤਿੰਨੇ ਜਵਾਨ, ਇੱਕ ਬੱਚੀ ਹੈ, 2 ਜਵਾਨ ਲੜਕੀਆਂ। ਉਹ ਜ਼ੀਰਕਪੁਰ ਤੋਂ ਚੱਲ ਕੇ ਦੁਖੀ ਹੋ ਕੇ, ਕਿਉਂਕਿ ਕਿਸੇ ਨੇ ਘਰ 'ਚ ਕੰਮ ਨਹੀਂ ਕਰਨ ਦਿੱਤਾ, ਵਿਹਲੀਆਂ ਬੈਠੀਆਂ ਭੁੱਖੀਆਂ ਮਰਨ ਲੱਗੀਆਂ। ਹਰਦੋਈ ਯੂਪੀ ਦੇ ਵਿੱਚ ਆ, ਇੱਥੋਂ 600-650 ਕਿਲੋਮੀਟਰ ਚਲੇ ਗਈਆਂ, ਡਰਦੀਆਂ ਮਾਰੀਆਂ ਕਿ ਰਾਹ ਦੇ ਵਿੱਚ ਪਤਾ ਨਹੀਂ ਅਸੀਂ ਕੁੜੀਆਂ ਆ, ਕੋਈ ਕਿਸ ਖਤਰੇ ਤੋਂ। ਇਹਨਾਂ ਨੂੰ ਕੁਝ ਨਹੀਂ ਦਿਖਦਾ, ਇਹ ਅਖਬਾਰਾਂ ਨਹੀਂ ਪੜ੍ਹਦੀ ਮਿਡਲ ਕਲਾਸ। ਮੈਨੂੰ ਇਸ ਗੱਲ ਦਾ ਬੜਾ ਦੁੱਖ ਆ ਮਨਦੀਪ ਕਿ ਆਪਾਂ ਆਪਣੇ ਵਰਕਰਾਂ ਨੂੰ ਬਿਲਕੁਲ ਕੋਈ ਕਿਸੇ ਕਿਸਮ ਦੀ, ਨਾ ਫੈਕਟਰੀਆਂ ਦੇ ਵਿੱਚ ਇੱਜ਼ਤ ਕਰਦੇ ਆ, ਨਾ ਸੜਕਾਂ ਦੇ ਇੱਜ਼ਤ ਕਰਦੇ ਆ, ਨਾ ਘਰਾਂ 'ਚ ਇੱਜ਼ਤ ਕਰਦੇ ਆ। ਪਤਾ ਨਹੀਂ ਆਪਣੇ ਆਪ ਨੂੰ ਅਸੀਂ ਕਿਹੜੀ ਇਹ ਮਹਾਨਤਾ ਦੱਸਣਾ ਚਾਹੁੰਦੇ ਆ। ਇਹ ਆਉਣ ਵਾਲੇ ਸਮੇਂ 'ਚ ਇੱਕ ਵੱਡਾ ਇਸ਼ੂ ਬਣ ਸਕਦਾ। ਇਹ ਮਿਡਲ ਕਲਾਸ ਕੀ ਕਹਿ ਰਹੀ ਹੈ, ਮੈਂ ਥੋੜਾ ਕਹਾਣੀ ਲੰਮੀ ਪਾਤੀ ਕਿਉਂਕਿ ਕਹਾਣੀ ਇਹ ਬੜੀ ਇੰਪੋਰਟੈਂਟ ਹੈਗੀ ਹੈ, ਇਹ ਵਰਕਰਾਂ ਨਾਲ ਜੁੜੀ ਹੋਈ ਕਹਾਣੀ ਹੈ। ਇਸ ਕਰਕੇ ਇਹਨਾਂ ਨੇ ਆਉਣ ਵਾਲੇ ਸਮੇਂ 'ਚ ਕੀ ਹੋਣਾ ਹੈ, ਇਹ ਕੀ ਕਹਿ ਰਹੇ ਆ ਮਿਡਲ ਕਲਾਸ ਕਿ ਅਸੀਂ ਦੇਖੋ ਜੀ ਉਹਨਾਂ ਨੂੰ ਘਰੇ ਬੈਠਿਆਂ ਪੈਸੇ ਦੇ ਦਾਂਗੇ। ਅਸੀਂ ਉਹਨਾਂ ਨੂੰ ਕਿਹੜਾ ਪੈਸੇ ਦਿੰਦਾ, ਘਰੇ ਬੈਠਿਆਂ ਨੂੰ ਕੋਈ ਪੈਸਾ ਦਿੰਦਾ? ਤੁਸੀਂ ਤੇ ਘਰ ਆਏ ਨੂੰ ਨਾ ਪੈਸਾ ਦਿਓ। ਮੈਂ ਇੱਥੇ ਜਾਣਦਾ, ਸਾਡੀ ਮੇਡ ਦੀ ਲੜਕੀ ਦੀ 4.5 ਸਾਲ ਦੀ ਇੱਕ ਮਿਡਲ ਚੰਗੇ ਤਗੜੇ ਖਾਂਦੇ ਪੀਂਦੇ ਬੰਦੇ ਨੇ 4.5 ਸਾਲ ਦੀ ਉਹਦੀ ਵੇਜ ਮਾਰ ਕੇ ਬੈਠਾ। ਕੱਲ ਨੂੰ ਅਸੀਂ ਕੇਸ ਕਰਾਵਾਂਗੇ ਜੇ ਨਹੀਂ ਦਿੱਤੀ, ਪਰ ਅੱਜ ਦੀ ਡੇਟ ਕਹਿੰਦਾ ਮੈਂ ਨਹੀਂ ਪੈਸੇ ਦੇਣਾ, ਮੈਂ ਆਪਣੀ ਮਰਜ਼ੀ ਨਾਲ ਦਊ। 4.5 ਸਾਲ ਦੇ ਇਹ ਘਰ ਬੈਠੇ ਵਿਹਲੇ ਨੂੰ ਕਿਸੇ ਨੂੰ ਪੈਸੇ ਦੇਣ ਵਾਲੇ ਹੈਗੇ ਆ। ਇਸ ਕਰਕੇ ਮੈਨੂੰ ਬੜੇ ਦੁੱਖ ਨਾਲ ਕਹਿਣਾ ਪੈਂਦਾ ਹੈ, ਦੇਖੋ ਇਹ ਸਿੱਖੀ ਦੇ ਵਿੱਚ ਵੀ, ਸਾਡੇ ਧਰਮਾਂ ਦੇ ਵਿੱਚ ਵੀ, ਔਰ ਸਾਡੇ ਸੰਸਕਾਰਾਂ 'ਚ ਕਿਤੇ ਨਹੀਂ ਲਿਖਿਆ ਕਿ ਦੂਜੇ ਦਾ ਪਰਾਏ ਦਾ ਹੱਕ ਖਾਓ। ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ ਕਿਸੇ। ਇਹ ਗੁਰੂ ਨਾਨਕ ਦੇਵ ਜੀ, ਇਹ ਬਿਲਕੁਲ ਸਾਨੂੰ, ਆਪਾਂ ਪੰਜਾਬ ਦੇ ਵਿੱਚ ਘੱਟੋ ਘੱਟ ਇਹੋ ਜਿਹੀ ਰਵਾਇਤ, ਬਹੁਤੀਆਂ ਸ਼ਿਕਾਇਤਾਂ ਨਹੀਂ ਆਈਆਂ। ਜੇ ਨਹੀਂ ਆਈਆਂ ਤੇ ਚੰਗੀ ਗੱਲ ਹੈ, ਤੇ ਆਉਣੀਆਂ ਵੀ ਨਹੀਂ ਚਾਹੀਦੀਆਂ। ਇਹ ਯੂਪੀ ਤੇ UT ਤੇ ਹਰਿਆਣੇ 'ਚ ਕਾਫੀ ਇਹੋ ਜਿਹੀਆਂ ਸ਼ਿਕਾਇਤਾਂ ਆ ਰਹੀਆਂ ਆ। ਮੇਰਾ ਖਿਆਲ ਹੈ ਕਿ ਸਰਕਾਰ ਨੂੰ ਇਸ ਤੇ ਸਖਤ ਕਦਮ ਲੈਣੇ ਚਾਹੀਦੇ ਆ। ਹੋਮ ਮਿਨਿਸਟਰੀ ਨੇ ਪਹਿਲਾਂ ਸਰਕੂਲਰ ਕੱਢਿਆ ਸੀਗਾ, ਪਰ ਉਹਦਾ ਅਸਰ ਹੌਲੀ ਹੌਲੀ ਖਤਮ ਹੁੰਦਾ ਜਾਂਦਾ ਲੱਗ ਰਿਹਾ ਮੰਦੀ। ਜੀ ਪ੍ਰੋਫੈਸਰ ਸਾਹਿਬ, ਜਿਵੇਂ ਤੁਸੀਂ ਜ਼ਿਕਰ ਕਰ ਹੀ ਦਿੱਤਾ ਕਿ ਉਹ ਲੜਕੀਆਂ ਦਾ ਜ਼ਿਕਰ ਕੀਤਾ, ਸੱਚਮੁੱਚ ਅਸੀਂ ਜਦੋਂ ਜੋਤੀ ਕੁਮਾਰੀ ਜਿਹੜੀ ਹੈ ਉਹ 1200 ਕਿਲੋਮੀਟਰ ਸਫ਼ਰ ਕਰਕੇ ਆਪਣੇ ਘਰ ਪਹੁੰਚ ਜਾਂਦੀ ਹੈ, ਫਿਰ ਉਸ ਨੂੰ ਰਿਵਾਰਡ ਦੇਣ ਦੀਆਂ ਗੱਲਾਂ ਕਰਦੇ ਆ। ਇਵਾਂਕਾ ਟਰੰਪ ਨੇ ਪ੍ਰਸ਼ੰਸਾ ਕੀਤੀ। ਇਸ ਤੋਂ ਇਲਾਵਾ ਇੱਕ ਸਾਈਕਲ ਮੈਨੂਫੈਕਚਰਿੰਗ ਐਸੋਸੀਏਸ਼ਨ ਨੇ ਕਿਹਾ ਕਿ ਅਸੀਂ ਇਹਨੂੰ ਸਾਈਕਲਿੰਗ ਦੇ ਵਿੱਚ ਦਾ ਜਿਹੜਾ ਭਵਿੱਖ ਰੋਸ਼ਨ ਕਰਾਂਗੇ ਜੋਤੀ ਕੁਮਾਰੀ ਦਾ। ਪਰ ਜਿਹੜੇ ਇਸ ਵੇਲੇ ਲੋੜੀਂਦੇ ਨੇ ਜਿਹੜੇ ਕਦਮ ਉਹ ਨਹੀਂ ਚੁੱਕੇ ਜਾ ਰਹੇ। ਜਿਹੜੇ ਹੋਰ ਹਜ਼ਾਰਾਂ ਮਜ਼ਦੂਰ ਨੇ ਜਿਹੜੇ ਅਜੇ ਵੀ ਪੈਦਲ ਚੱਲ ਕੇ ਆਪਣੇ ਘਰਾਂ ਨੂੰ ਜਾਣ ਲਈ ਮਜਬੂਰ ਨੇ, ਉਹਨਾਂ ਲਈ ਅਸੀਂ ਕੀ ਕਰ ਰਹੇ ਹਾਂ, ਅਸੀਂ ਕਦੀ ਨਹੀਂ ਸੋਚਦੇ। ਪ੍ਰੋਫੈਸਰ ਸਾਹਿਬ, ਜੇ ਹੁਣ ਅਸੀਂ ਇਹਦੇ ਨਾਲ ਰਲਦੀ ਮਿਲਦੀ ਖਬਰ ਅਗਲੀ ਲੈ ਲਈਏ, ਜਲੰਧਰ ਵਿੱਚ ਪ੍ਰਵਾਸੀ ਮਜ਼ਦੂਰਾਂ ਤੇ ਲਾਠੀ ਚਾਰਜ ਕੀਤਾ ਗਿਆ। ਇਸ ਦੇ ਨਾਲ ਹੀ ਦੂਸਰੀ ਖਬਰ ਵੀ ਹੈ ਕਿ 16 ਜਨਤਕ ਜਥੇਬੰਦੀਆਂ ਵੱਲੋਂ ਪ੍ਰਦਰਸ਼ਨ ਕੀਤਾ ਗਿਆ, ਜਿਨ੍ਹਾਂ ਨੇ ਕਿਹਾ ਹੈ ਕਿ ਜਿਹੜੇ ਲੇਬਰ ਲਾ ਸਸਪੈਂਡ ਕੀਤੇ ਗਏ ਨੇ ਉਹਨਾਂ ਨੂੰ ਮੁੜ ਬਹਾਲ ਕੀਤਾ ਜਾਵੇ। ਹਾਂ ਬਿਲਕੁਲ ਮਨਦੀਪ, ਇਹ ਤੇ ਖਬਰਾਂ ਰੋਜ਼ ਹੋਰ ਆਉਣ ਵਾਲੇ ਸਮੇਂ 'ਚ ਵੱਡੇ ਪੱਧਰ ਤੇ ਆਉਣਗੀਆਂ, ਕਿਉਂਕਿ ਲੇਬਰ ਲਾਅ ਦਾ ਜਿਹੜਾ ਜਿੰਨੀਆਂ ਵੀ ਲੇਬਰ ਯੂਨੀਅਨ 16 ਐਸੋਸੀਏਸ਼ਨ ਆ, ਉੱਥੇ ਲਾਠੀਚਾਰਜ ਕੀਤਾ ਗਿਆ। ਉਹ ਤੇ ਉਹ ਦੂਸਰਾ ਲਾਠੀਚਾਰਜ ਆ, ਜਿਹੜੇ ਜਾਣਾ ਚਾਹੁੰਦੇ ਸੀ ਉਹਨਾਂ ਨੂੰ ਜਾਣ ਨਹੀਂ ਦਿੱਤਾ।
ਵਾਪਸ ਘਰਾਂ ਨੂੰ ਜਾਣਾ ਚਾਹੁੰਦੇ ਸੀ, ਇਸ ਕਰਕੇ ਲਾਠੀਚਾਰਜ ਵੀ ਹੋਇਆ। ਜੋਤੀ ਦੀ ਵੀ ਤੁਸੀਂ ਖਬਰ ਦਿੱਤੀ ਹੈ। ਮੈਂ ਇੰਨੀ ਗੱਲ ਹੀ ਕਹਿਣਾ ਚਾਹੁੰਦਾ ਕਿ ਜਿਹੜੇ ਵਰਕਰ ਹੈਗੇ ਆ, ਜੇ ਆਪਾਂ ਉਹਨਾਂ ਦੇ ਹੱਥਾਂ ਦੀ ਇੱਜ਼ਤ ਨਹੀਂ ਕਰਨੀ ਸਿੱਖਾਂਗੇ ਤਾਂ ਅਸੀਂ ਦੇਸ਼ ਨੂੰ ਨਹੀਂ ਅੱਗੇ ਲਿਜਾ ਸਕਦੇ, ਅਸੀਂ ਸਮਾਜ ਨੂੰ ਨਹੀਂ ਅੱਗੇ ਲਿਜਾ ਸਕਦੇ, ਅਸੀਂ ਕਿਸੇ ਕਰੋਨਾ ਨਾਲ ਕੋਈ ਲੜਾਈ ਨਹੀਂ ਦੇ ਸਕਦੇ। ਮੈਂ ਤੁਹਾਨੂੰ ਸਾਫ਼-ਸਾਫ਼ ਸ਼ਬਦਾਂ 'ਚ ਕਹਿਣਾ, ਗੁਰੂ ਨਾਨਕ ਦੇਵ ਜੀ ਨੇ 16-18 ਸਾਲ ਆਪਣੀ ਅਖੀਰਲੀ ਉਮਰ ਦੇ ਵਿੱਚ ਇਸੇ ਕਰਕੇ ਖੇਤੀ ਦੇ ਵਿੱਚ ਆਪ ਦੱਸਿਆ ਲੋਕਾਂ ਨੂੰ ਕਿ ਜੇ ਮੈਂ, ਕਿਉਂਕਿ ਖੇਤੀ ਕਰਨ ਵਾਲਿਆਂ ਨੂੰ ਜਿਹੜੇ ਹਿੰਦੂ ਸੰਸਕਾਰਾਂ ਦੇ ਮੁਤਾਬਕ, ਮਨੂਵਾਦੀ ਸੋਚ ਦੇ ਮੁਤਾਬਕ, ਉਹਨਾਂ ਨੂੰ ਤੁਸੀਂ ਸ਼ੂਦਰ ਕਹਿੰਦੇ ਆ, ਜਿਹੜੇ ਹੱਥਾਂ ਨਾਲ ਕੰਮ ਕਰਦੇ ਆ। ਤੇ ਉਹਨਾਂ ਨੇ ਇਹ ਦੱਸਿਆ ਕਿ ਇਹ ਸ਼ੂਦਰਪੁਣਾ ਨਹੀਂ ਹੈਗਾ, ਇਹ ਤੇ ਸ਼ਾਨ ਦਾ ਕੰਮ ਹੈਗਾ, ਹੱਥਾਂ ਨਾਲ ਮਿਹਨਤ ਕਰਨਾ। ਇਸ ਕਰਕੇ ਉਹ ਉਹਨਾਂ ਹੱਥਾਂ ਨਾਲ ਮਿਹਨਤ ਕਰਨ ਵਾਲੇ ਕਾਮਿਆਂ ਦੀ ਜ਼ਰੂਰ ਸਾਨੂੰ ਕਰਨੀ ਚਾਹੀਦੀ ਹੈ, ਧਿਆਨ ਦੇਣਾ ਚਾਹੀਦਾ। ਉਸੇ 'ਚ ਹੀ ਸਾਡਾ ਇੱਜ਼ਤ ਮਾਣਿਆ। ਜੇ ਸਾਡਾ ਆਧਾਰ, ਜਿਹੜਾ ਆਧਾਰ ਕਿਸੇ ਵੀ ਸਮਾਜ ਦਾ, ਮਜ਼ਦੂਰ ਹੁੰਦੇ, ਜੇ ਮਜ਼ਦੂਰ ਹੀ ਕਮਜ਼ੋਰ ਆ, ਬਿਮਾਰ ਆ, ਪੜ੍ਹੇ ਨਹੀਂ ਹੈਗੇ, ਕਿਸੇ ਕਿਸਮ ਦਾ ਅੱਧੇ ਟੀਵੀ ਨਾਲ ਸ਼ਿਕਾਰ ਆ, ਕੋਈ ਹੋਰ ਕਿਸੇ ਕੈਂਸਰ ਦੇ ਨਾਲ ਸ਼ਿਕਾਰ ਆ, ਰਹਿਣ ਲਈ ਜਗ੍ਹਾ ਨਹੀਂ, ਤਾਂ ਉਹ ਸਮਾਜ ਜਾਂ ਦੇਸ਼ ਕਦੀ ਵੀ ਤਰੱਕੀ ਨਹੀਂ ਕਰ ਸਕਦਾ ਜੇ ਦੇਸ਼ ਦੇ ਲੋਕ, ਆਮ ਲੋਕ, ਜਿਹੜੇ ਕਾਮੇ ਲੋਕ ਆ, ਉਹ ਸਿਹਤਮੰਦ ਨਹੀਂ ਹੈ, ਪੜ੍ਹੇ ਲਿਖੇ ਨਹੀਂ ਹੈ, ਖੁਸ਼ਹਾਲ ਨਹੀਂ ਹੈ। ਤੇ ਇਹੀ ਖੁਸ਼ਹਾਲੀ ਹੁੰਦੀ ਹੈ। ਇਸ ਕਰਕੇ ਮੇਰਾ ਖਿਆਲ ਜਿਹੜੇ ਪ੍ਰੋਟੈਸਟ ਹੋ ਰਹੇ ਆ, ਉਹ ਆਉਣ ਵਾਲੇ ਸਮੇਂ 'ਚ ਜਿਹੜੀ ਅਣਦਿਖੀ ਲਗਾਤਾਰ 60 ਦਿਨਾਂ ਤੋਂ ਹੋ ਰਹੀ ਆ ਉਹਨਾਂ ਦੀ, ਉਹਦੇ ਵਿਰੁੱਧ ਹੁਣ ਵੱਡੇ ਪੱਧਰ ਤੇ ਪ੍ਰੋਟੈਸਟ, ਜਿਵੇਂ ਲਾਕਡਾਊਨ ਇਹ ਖੁੱਲੂਗਾ ਜੂਨ 'ਚ, ਤੁਸੀਂ ਦੇਖਿਓ ਇਹ ਰੋਜ਼ ਦਾ ਜ਼ਿਆਦਾ ਹੋਰ ਕੰਮ ਹੋਊਗਾ। ਔਰ ਉਲਟਾ ਇਸ ਕਰੋਨਾ ਦੀ ਆੜ ਦੇ ਵਿੱਚ ਸਰਕਾਰਾਂ ਨੇ ਕੀ ਕੀਤਾ, ਇੱਕ ਜਿਹੜੇ ਮਜ਼ਦੂਰਾਂ ਦੇ ਕਾਨੂੰਨ ਸੀਗੇ ਉਹਨਾਂ ਨੂੰ ਸਿੱਕੇ ਟੰਗ ਦਿੱਤਾ, ਉਹਨਾਂ ਨੂੰ ਸਸਪੈਂਡ ਕਰ ਦਿੱਤਾ। ਇਹ ਜਿਹੜੀ ਰਵਾਇਤ ਹੈ ਬੰਦ ਹੋਣੀ ਚਾਹੀਦੀ ਹੈ। ਪੰਜਾਬ ਦੇ ਵਿੱਚ ਵੀ ਇਹ ਕੀਤਾ, ਜਿਹੜੀ ਤੁਹਾਨੂੰ ਪਤਾ ਹਰ 3 ਮਹੀਨਿਆਂ ਬਾਅਦ ਜਿਹੜੀ ਮਿਨੀਮਮ ਵੇਜ ਹੁੰਦੀ ਹੈ, ਨਿਊਨਤਮ ਉਜਰਤ ਹੁੰਦੀ ਹੈ ਮਜ਼ਦੂਰਾਂ ਦੀ, ਉਸ ਨੂੰ ਰਿਵਾਈਜ਼ ਕਰਕੇ ਸਰਕਾਰਾਂ ਨੋਟੀਫਾਈ ਕਰਦੀਆਂ। ਉਹ ਨੋਟੀਫਿਕੇਸ਼ਨ ਹੋਈ ਸੀਗੀ ਔਰ ਸਾਡੀ ਸਰਕਾਰ ਨੇ ਵੀ, ਪੰਜਾਬ ਦੀ ਨੇ, ਉਹ ਰਿਵਾਈਜ਼ਡ ਵੇਜ ਨੂੰ ਵਾਪਸ ਲੈ ਲਿਆ ਨੋਟੀਫਿਕੇਸ਼ਨ ਨੂੰ। ਕਿੱਡੀ ਮਾੜੀ ਗੱਲ ਹੈ। ਤੁਸੀਂ ਦੇਣੀ ਤੇ ਹੈ ਨਹੀਂ, ਪਰ ਨੋਟੀਫਿਕੇਸ਼ਨ ਨੂੰ ਵਾਪਸ ਤਾਂ ਲਓ। ਨੋਟੀਫਿਕੇਸ਼ਨ ਤੇ ਇੱਕ ਫਾਰਮਲ ਤੁਹਾਡੇ ਵੱਲੋਂ ਨੋਟੀਫਾਈ ਹੋਈ ਗੱਲ ਹੈਗੀ। ਇਸ ਕਰਕੇ ਸਾਰੇ ਪਾਸੇ ਇਹ ਹੁਣ ਕੁਹਾੜਾ ਮਜ਼ਦੂਰ ਤੇ ਚਲਾਉਣਾ ਅਖੀਰ 'ਚ, ਜਿਹਦਾ ਕੋਈ ਵੀ ਕਰੋਨਾ ਦੇ ਇੱਥੇ ਫੈਲਣ ਦੇ ਵਿੱਚ ਕਿਸੇ ਕਿਸਮ ਦਾ, ਉਹ ਤੇ ਖੁਦ ਵਿਕਟਮ ਆ, ਪੀੜਤ ਆ, ਕਿਸੇ ਕਿਸਮ ਦਾ ਉਹਨਾਂ ਦਾ ਦੋਸ਼ ਨਹੀਂ, ਤੇ ਉਹਨਾਂ ਦੇ ਉੱਤੇ ਸਾਰਾ ਭਾਂਡਾ ਹੌਲੀ ਹੌਲੀ ਭੰਨਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਔਰ ਮੈਨੂੰ ਲੱਗਦਾ ਕਿ ਆਪਾਂ ਨੂੰ ਇਸ ਦੇ ਵੱਲ ਮੋੜਾ ਪਾਉਣਾ ਚਾਹੀਦਾ। ਜੋ 22 ਵਿਰੋਧੀ ਪਾਰਟੀਆਂ ਨੇ, ਮਨਦੀਪ, ਜੋ ਕਿਹਾ ਕਿ ਉਹਨਾਂ ਨੂੰ 7500 ਰੁਪਈਆ ਹਰ ਮਹੀਨੇ ਆਉਣ ਵਾਲੇ 6 ਮਹੀਨਿਆਂ ਤੱਕ ਇਹੋ ਜਿਹੇ ਇਸ ਜਨਤਾ ਜਨਰਲ ਨੂੰ ਦੇਣਾ ਚਾਹੀਦਾ, ਇਹ ਬਿਲਕੁਲ ਸਹੀ ਹੈ। ਜੇ ਥੱਲੇ ਪੈਸੇ ਜਾਣਗੇ ਤਾਂ ਮੈਨੂੰ ਲੱਗਦਾ ਰਾਹਤ ਆਊਗੀ ਤੇ ਦੁਬਾਰਾ ਕੰਮ ਤੇ ਲੋਕ, ਵਰਕਰ ਵਾਪਸ ਆਉਣਗੇ, ਉਹਨਾਂ ਨੂੰ ਇੱਕ ਭਰੋਸਾ ਬਣੂਗਾ, ਤੇ ਤਾਂ ਹੀ ਸਾਡੀ ਇਕਨੋਮੀ ਚੱਲੂਗੀ। ਨਹੀਂ ਤੇ ਜਿਵੇਂ RBI ਦੇ ਗਵਰਨਰ ਨੇ ਆਪਣੀ ਚਿੰਤਾ ਪ੍ਰਗਟ ਕੀਤੀ ਆ, ਕੰਮ ਜਿੰਨਾ ਸੋਚਦੇ ਸੀ ਉਹਦੇ ਨਾਲੋਂ ਜ਼ਿਆਦਾ ਠੇਚਲ ਗਿਆ। ਮੰਦੀ जी ਪ੍ਰੋਫੈਸਰ ਸਾਹਿਬ, ਸੱਚਮੁੱਚ ਹੀ ਬੜੇ ਕਦਮ ਚੁੱਕਣ ਦੀ ਲੋੜ ਹੈ। ਜੇ ਹੁਣ ਅਸੀਂ ਗੱਲ ਕਰੀਏ ਪੰਜਾਬ ਐਕਸਾਈਜ਼ ਡਿਪਾਰਟਮੈਂਟ ਦੀ, ਜਿਹਦੇ ਤੇ ਲਗਾਤਾਰ ਦੋਸ਼ ਲੱਗ ਰਹੇ ਸਨ ਘਪਲੇਬਾਜ਼ੀ ਦੇ, ਤਾਂ ਹੁਣ ਜਿਹੜਾ ਐਕਸਾਈਜ਼ ਐਂਡ ਟੈਕਸੇਸ਼ਨ ਡਿਪਾਰਟਮੈਂਟ ਵੱਲੋਂ ਸਟਾਕ ਵੈਰੀਫਿਕੇਸ਼ਨ ਕੀਤੀ ਗਈ, ਜਿਹਦੇ ਵਿੱਚ ਉਹਨਾਂ ਨੇ ETOs ਅਤੇ ਇੰਸਪੈਕਟਰ ਨੂੰ ਟ੍ਰਾਂਸਫਰ ਵੀ ਕੀਤਾ। ਇਹਦਾ ਮਤਲਬ ਮੰਨ ਲਿਆ ਗਿਆ ਹੈ ਕਿ ਸੱਚਮੁੱਚ ਹੀ ਘਪਲਾ ਹੈਗਾ ਸੀ। ਨਹੀਂ, ਇਹ ਗੱਲ ਤੇ ਤੁਹਾਡੀ ਠੀਕ ਆ। ਤੁਸੀਂ ਬੋਤਲਾਂ ਬੜੀਆਂ ਨਵੀਆਂ ਦਿਖਾਉਂਦੇ ਆ, ਲੋਕੀ ਦੇਖ ਕੇ ਹੀ। ਹਾਲਾਂਕਿ ਹਾਲਤ ਇਹ ਹੈਗੀ ਆ ਕਿ ਮਨਦੀਪ, ਠੇਕੇ ਤੇ ਜਿਹੜੇ ਆ ਲੋਕ ਜਾ ਨਹੀਂ ਰਹੇ। ਠੇਕੇ ਤੇ ਕਿਉਂ ਜਾਣਗੇ? ਕਿਉਂਕਿ ਸ਼ਰਾਬ ਤੇ ਪਿਛਲੇ ਦਰਵਾਜ਼ੇ ਠੇਕੇ ਦੇ ਵਿਕੀ ਜਾਂਦੀ ਆ, ਔਰ ਇਹ ਲਾਕਡਾਊਨ ਦੇ ਦੌਰਾਨ ਵੀ ਕਾਫੀ ਵੱਡੇ ਪੱਧਰ ਤੇ ਸ਼ਰਾਬ ਜਿਹੜੀ ਆ, ਨਜਾਇਜ਼ ਸ਼ਰਾਬ 2 ਨੰਬਰੀ ਵਿਕਦੀ ਰਹੀ ਹੈ। ਹੁਣ ਉਹਨਾਂ ਨੇ ਜਾ ਕੇ ਜਿਹੜੇ ਐਕਸਾਈਜ਼ ਐਂਡ ਟੈਕਸੇਸ਼ਨ ਡਿਪਾਰਟਮੈਂਟ ਆ, 15 ਦੀਆਂ 15 ਡਿਸਟਿਲਰੀਆਂ 'ਚ ਜਾ ਕੇ ਸਟਾਕ ਵੈਰੀਫਿਕੇਸ਼ਨ ਕੀਤੀ ਹੈ ਕਿ ਜਿਹੜੀ ਸਪੈਸ਼ਲ ਸਪਿਰਿਟ ਜਿਹਨੂੰ ਕਹਿੰਦੇ ਆ, ਐਕਸਟਰਾ ਨਿਊਟਰਲ ਸਪਿਰਿਟ, ਜਿਹਦੇ ਤੋਂ ਇਹ ਨਜਾਇਜ਼ ਸ਼ਰਾਬ ਬਣਦੀ ਸੀ, ਜੌਨੀ ਵਾਕਰ ਜਾਂ ਹੋਰ ਜਿਹੜੇ ਅਲੱਗ-ਅਲੱਗ ਲੇਬਲ ਦੀਆਂ ਫੋਰਨ ਲੀਕਰ ਬਣਾਉਂਦੇ ਸੀਗੇ, ਤੇ ਮੋਟਾ ਪੈਸਾ 20 ਗੁਣਾ 10 ਗੁਣਾ ਜਿਹੜੀ ਐਕਚੁਅਲ ਕੀਮਤ ਤੋਂ ਕਮਾ ਰਹੇ ਸੀਗੇ, ਉਸ ਦਾ ਸਾਰੇ ਦਾ ਸਟਾਕ ਵੈਰੀਫਿਕੇਸ਼ਨ ਉਹਨਾਂ ਨੇ ਸ਼ੁਰੂ ਕਰ ਦਿੱਤੀ। ਬਿਲਕੁਲ ਤੁਹਾਡੀ ਆਬਜ਼ਰਵੇਸ਼ਨ ਠੀਕ ਹੈਗੀ ਹੈ ਕਿ ਜੇ ਏਡੇ ਵੱਡੇ ਪੱਧਰ ਤੇ ਟ੍ਰਾਂਸਫਰਾਂ ਹੋ ਰਹੀਆਂ, ETOs ਦੀਆਂ ਹੋ ਰਹੀਆਂ, ਇੰਸਪੈਕਟਰਾਂ ਦੀਆਂ ਹੋ ਰਹੀਆਂ ਹੋਰ ਜਗ੍ਹਾ ਤੇ, ਫਿਰ ਜਿਹੜੀ ਇਹ ਪਹਿਲੀ ਰਿਪੋਰਟ ਆਈ ਸੀ ਕਿ ਸਾਨੂੰ ਤੇ ਘਾਟਾ ਪਿਆ ਹੀ ਨਹੀਂ ਹੈ, ਕਰਨ ਅਵਤਾਰ ਸਿੰਘ ਦੀ, ਉਹਨਾਂ ਨੇ ਲਿਆ ਕੇ ਤੇ ਚੀਫ ਮਿਨਿਸਟਰ ਨੇ ਜਿਹੜੇ ਰੁੱਸੇ ਹੋਏ ਮਿਨਿਸਟਰ ਉਹਨਾਂ ਕੋਲ ਵੀ ਪੜ੍ਹਤਾ, ਉਸ ਰਿਪੋਰਟ ਦਾ ਕੀ ਬਣਿਆ? ਇਹਦਾ ਮਤਲਬ ਤੇ ਉਹ ਰਿਪੋਰਟ ਵੀ ਜਿਹੜੀ ਹੈ ਇੱਕ ਕਿਸਮ ਦੀ ਜਾਲੀ ਖਾਨਾ ਪੂਰਤੀ ਕੀਤੀ ਹੋਈ ਹੈ। ਇਹ ਘਾਟਾ ਪਿਆ ਔਰ ਇਸ ਗੱਲ ਨੂੰ ਮੰਨਣਾ ਚਾਹੀਦਾ। ਔਰ ਜਿਹੜੇ ਵੀ ਬੰਦੇ, ਭਾਵੇਂ ਉਹ ਚੀਫ ਸੈਕਟਰੀ ਹੋਵੇ, ਭਾਵੇਂ ਕੋਈ ਡਿਪਾਰਟਮੈਂਟ ਹੋਵੇ, ਭਾਵੇਂ ਚੀਫ ਮਿਨਿਸਟਰ ਖੁਦ ਵੀ ਕਿਉਂ ਨਾ ਹੋਣ, ਉਹਨਾਂ ਨੂੰ ਇਸ ਗੱਲ ਦਾ ਨੋਟਿਸ ਲੈ ਕੇ ਇਸ ਗੱਲ ਦਾ ਆਪਣੀ ਜ਼ਿੰਮੇਵਾਰੀ ਲੈਣੀ ਚਾਹੀਦੀ ਹੈ। ਔਰ ਇਸ ਗੱਲ ਦਾ ਰੈਵਨਿਊ ਜੇ ਨਹੀਂ ਆਉਂਦਾ ਪੰਜਾਬ ਤੇ, ਪਹਿਲਾਂ ਹੀ ਖਾਲੀ ਠੂਠਾ ਲੈ ਕੇ ਦਿੱਲੀ ਵੱਲ ਨੂੰ ਚੱਲਿਆ ਹੀ ਰਹਿੰਦਾ, ਉਹ ਠੂਠਾ ਕਦੋਂ ਛੁੱਟੂਗਾ ਪਤਾ ਨਹੀਂ ਹੈ। ਪਰ ਜੇ ਆਪਣਾ ਭਾਂਡਾ ਥੋੜਾ ਭਰਿਆ ਹੋਊਗਾ ਤੇ ਠੂਠੇ 'ਚ ਵੀ ਕੋਈ ਪਾ ਆਉਂਦਾ। ਜੇ ਬਿਲਕੁਲ ਹੀ ਖਾਲੀ ਭਾਂਡਾ ਲਈ ਜਾਓਗੇ ਕਿ ਮਰਿਆ ਆ
ਮੰਗਤਾ ਇਹਨੂੰ ਛੱਡੋ, ਇਹਨੂੰ ਕੀ ਦੇਣਾ। ਇਸ ਕਰਕੇ ਕੋਈ ਤਗੜੇ ਮੰਗਤੇ ਨੂੰ ਅੱਜ ਕੱਲ੍ਹ ਕੋਈ ਮਾੜੀ ਜੀ ਖੈਰ ਪਾਉਂਦਾ। ਇਸ ਕਰਕੇ ਇਹ ਸਾਨੂੰ ਚਾਹੀਦਾ ਹੈ ਕਿ ਅਸੀਂ ਆਪਣੇ ਸਾਧਨਾਂ ਨੂੰ ਦੁਰਵਰਤੋਂ ਦੀ ਜਗ੍ਹਾ ਉਹਦੀ ਵਰਤੋਂ ਕਰੀਏ ਔਰ ਆਪਣਾ ਰੈਵਨਿਊ ਆਪ ਆਪਣੇ ਘਰ ਨੂੰ ਭਰੀਏ, ਤਾਂ ਹੀ ਅਸੀਂ ਕੁਝ ਲੋਕਾਂ ਨੂੰ ਅੱਗੇ ਦੇਣ ਦੇ ਕਾਬਿਲ ਹੋਵਾਂਗੇ। ਹਾਲ ਦੀ ਘੜੀ ਲੁੱਟ ਵੱਲ ਧਿਆਨ ਜ਼ਿਆਦਾ ਹੈਗਾ ਆ, ਤੇ ਪੰਜਾਬ ਦੀ ਸੇਵਾ ਤੇ ਜਿਹੜੇ ਖਜ਼ਾਨੇ ਦੀ ਪੂਰਤੀ ਵੱਲ ਧਿਆਨ ਬੜਾ ਘੱਟ ਹੈਗਾ ਮੰਦੀ। ਜੀ ਪ੍ਰੋਫੈਸਰ ਸਾਹਿਬ, ਸੱਚਮੁੱਚ ਹੀ ਫਿਰ ਉਹੀ ਗੱਲ ਆ ਜਾਂਦੀ, ਅਸੀਂ ਇੰਨੇ ਸ਼ਬਦ ਹੀ ਕਹਾਂਗੇ ਕਿ ਬੜੇ ਸੁਧਾਰਾਂ ਦੀ ਲੋੜ ਹੈ, ਤੇ ਅਸੀਂ ਆਸ ਵੀ ਕਰਦੇ ਹਾਂ ਰੋਜ਼ਾਨਾ ਇਹ ਡਿਸਕਸ਼ਨ ਪ੍ਰੋਗਰਾਮ ਤੋਂ ਬਾਅਦ ਆਸ ਕਰਦੇ ਹਾਂ ਕਿ ਸਰਕਾਰ ਸੱਚਮੁੱਚ ਹੀ ਲੋੜੀਂਦੇ ਕਦਮ ਚੁੱਕੇ, ਤੇ ਜਿਹੜਾ ਸਾਡਾ ਸ਼ੋਸ਼ਿਤ ਵਰਗ ਹੈ ਜਿੱਦਾਂ ਕਿ ਮੁਸੀਬਤਾਂ ਦਾ ਜਿਹਨੂੰ ਸਾਹਮਣਾ ਕਰਨਾ ਪੈ ਰਿਹਾ ਹੈ, ਜਾਂ ਉਹਨਾਂ ਦੀ ਮਦਦ ਕਰਨ ਲਈ ਆਪਣੇ ਡਿਪਾਰਟਮੈਂਟ ਦੇ ਜਿਹੜੇ ਸਿਸਟਮ ਆ ਉਹ ਸਾਰੇ ਡਿਪਾਰਟਮੈਂਟ ਦੇ ਸਿਸਟਮ ਨੂੰ ਸੁਧਾਰਨ ਦੀ ਲੋੜ ਹੈ। ਸੋ ਪ੍ਰੋਫੈਸਰ ਸਾਹਿਬ, ਹੁਣ ਸਮਾਂ ਹੋ ਗਿਆ ਜੀ, ਅਸੀਂ ਇਜਾਜ਼ਤ ਲੈ ਲੈਂਦੇ ਹਾਂ ਦਰਸ਼ਕਾਂ ਤੋਂ। ਧੰਨਵਾਦ ਆਪ ਜੀ ਦਾ, ਤੁਸੀਂ ਸਾਡੇ ਨਾਲ ਜੁੜੇ। ਬਹੁਤ ਬਹੁਤ ਸ਼ੁਕਰੀਆ ਜੀ, ਤੁਹਾਡੀ ਸਾਰੀ ਟੀਮ ਦਾ, ਸਾਡੇ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ ਮੰਦੀ ਜੀ। ਅਸੀਂ ਦਰਸ਼ਕਾਂ ਨੂੰ ਦੱਸ ਦਈਏ ਕਿ ਜਿਹੜਾ ਤੁਸੀਂ ਸਿੱਧੀ ਗੱਲ ਪ੍ਰੋਗਰਾਮ ਹੈ ਇਹ ਸੋਮਵਾਰ ਤੋਂ ਸ਼ਨੀਵਾਰ ਤੱਕ ਰੋਜ਼ਾਨਾ 11:30 ਵਜੇ ਚੜ੍ਹਦੀ ਕਲਾ ਟਾਈਮ TV ਤੇ ਵੇਖ ਸਕਦੇ ਹੋ ਜੀ। ਹੁਣ ਮੈਨੂੰ ਮਨਦੀਪ ਕੌਰ ਖਾਲਸਾ ਨੂੰ ਦਿਓ ਆਗਿਆ। ਧੰਨਵਾਦ।